ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 115 ਤੇ ਹੇਠੋਂ ਦੂਸਰੀ ਪੰਕਤੀ ਹੈ 5 ਨੰਬਰ ਤੋਂ ਬਾਅਦ। ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ, ਸਤ ਸੰਗਤ ਬਹਿ ਹਰ ਗੁਣ ਗਾਇਆ, ਅਨ ਦਿਨ ਹਰ ਸਲਾਹੇ ਸਚ, ਨਿਰਮਲ ਨਾਦ ਵਜਾਵਣਿਆ। ਕਹਿੰਦੇ ਉਹ ਥਾਂ ਸੋਹਣੇ ਜਿਹੜਾ ਹਰੀ ਦੇ ਮਨ ਨੂੰ ਚੰਗਾ ਲੱਗਦਾ। ਸੋ ਥਾਨ ਸੁਹਾਇਆ, ਸੁਹਾਇਆ ਮਨੇ ਸੋਹਣਾ, ਜੋ ਹਰ ਮਨ ਭਾਇਆ, ਜੋ ਹਰੀ ਦੇ ਮਨ ਨੂੰ ਚੰਗਾ ਲੱਗਦਾ। ਇੱਥੇ ਥਾਂ ਦਾ ਭਾਵ ਹੈ ਹਿਰਦਾ। ਉਹ ਹਿਰਦਾ ਸੋਹਣਾ ਹੈ ਜਿਹੜਾ ਹਰੀ ਨੂੰ ਚੰਗਾ ਲੱਗਦਾ ਹੈ। ਸਤ ਸੰਗਤ ਬਹਿ ਹਰ ਗੁਣ ਗਾਇਆ। ਅਤੇ ਫਿਰ ਜਿਨ੍ਹਾਂ ਦਾ ਹਿਰਦਾ ਸੋਹਣਾ ਹੁੰਦਾ ਹੈ ਉਹ ਸਤ ਸੰਗਤ 'ਚ ਬੈਠ ਕੇ ਹਰੀ ਦੇ ਗੁਣ ਗਾਉਂਦੇ ਨੇ, ਕਿਉਂਕਿ ਹਰੀ ਦੇ ਗੁਣ ਗਾ ਕੇ ਹੀ ਸਾਡਾ ਹਿਰਦਾ ਸਾਫ਼ ਹੁੰਦਾ, ਵਧੀਆ ਹੁੰਦਾ। ਉਹ ਵੀ ਤਾਂ ਹੁੰਦਾ ਜੇ ਅੱਗੇ ਤੋਂ ਅਸੀਂ ਬੁਰਾਈ ਨਾ ਕਰੀਏ। ਬੁਰਾਈ ਛੱਡ ਕੇ ਜਦੋਂ ਬੰਦਾ ਬਾਣੀ ਪੜ੍ਹਦਾ ਅਤੇ ਨਾਮ ਜਪਦਾ, ਫਿਰ ਉਹਦਾ ਮਨ ਪਵਿੱਤਰ ਹੁੰਦਾ। ਨਿਰਾ ਬਾਣੀ ਪੜ੍ਹਨ ਨਾਲ ਜਾਂ ਨਾਮ ਜਪਣ ਨਾਲ ਮਨ ਪਵਿੱਤਰ ਨਹੀਂ ਹੁੰਦਾ। ਠੀਕ ਹੈ, ਬਾਣੀ ਅਤੇ ਨਾਮ ਨੇ ਜਿੰਨਾ ਮਨ ਪਵਿੱਤਰ ਕੀਤਾ, ਅਗਰ ਅਸੀਂ ਕੋਈ ਗਲਤ ਕੰਮ ਕਰਦੇ ਹਾਂ ਉਨਾ ਹੀ ਅਸੀਂ ਉਸ ਨੂੰ ਅਪਵਿੱਤਰ ਕਰ ਲਿਆ, ਉਹ ਤਾਂ ਫਿਰ ਬਰਾਬਰ ਹੋ ਗਏ, ਉਹ ਫਿਰ ਬਰਾਬਰ ਹੋ ਗਏ। ਜੇ ਕਿਸੇ ਨੇ ਆਪਣੇ ਹਿਰਦੇ ਨੂੰ ਸ਼ੁੱਧ ਕਰਨਾ ਹੈ, ਕਿਉਂਕਿ ਜਿੰਨਾ ਚਿਰ ਹਿਰਦਾ ਸ਼ੁੱਧ ਨਹੀਂ ਹੁੰਦਾ ਉਨਾ ਚਿਰ ਪਰਮਾਤਮਾ ਨਹੀਂ ਮਿਲਦਾ। ਅਤੇ ਜਿਹਨੇ ਹਿਰਦੇ ਨੂੰ ਸ਼ੁੱਧ ਕਰਨਾ ਉਹਨੂੰ ਸਭ ਤੋਂ ਜ਼ਰੂਰੀ ਹੈ ਕਿ ਜਿਹੜਾ ਵੀ ਕਰਮ ਉਹ ਗੁਰਬਾਣੀ ਦੇ ਵਿਰੁੱਧ ਕਰ ਰਿਹਾ ਹੈ ਉਹਨੂੰ ਛੱਡਣਾ ਪੈਣਾ। ਜਦੋਂ ਬੁਰਾਈ ਛੱਡ ਦੇਵੇ, ਤੋਬਾ ਕਰ ਲਏ, ਮੁੜ ਕੇ ਬੁਰਾਈ ਨਾ ਕਰੇ, ਫਿਰ ਸਤ ਸੰਗਤ ਕਰੇ, ਬਾਣੀ ਪੜ੍ਹੇ, ਨਾਮ ਜਪੇ, ਫਿਰ ਉਹਦਾ ਹਿਰਦਾ ਸ਼ੁੱਧ ਹੋ ਜਾਂਦਾ। ਅਤੇ ਸ਼ੁੱਧ ਹਿਰਦਾ ਹੀ ਫਿਰ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਅਣ ਦਿਨ ਹਰ ਸਲਾਹੇ ਸਚ, ਜਿਹੜੇ ਦਿਨ ਰਾਤ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿੰਦੇ ਹਨ, ਨਿਰਮਲ ਨਾਦ ਵਜਾਵਣੇ, ਉਹਨਾਂ ਦੇ ਅੰਦਰ ਪਵਿੱਤਰ ਨਾਮ ਆਪਣੇ ਆਪ ਹੀ ਵੱਜਣਾ ਸ਼ੁਰੂ ਹੋ ਜਾਂਦਾ ਹੈ। ਆਪਣੇ ਆਪ ਹੀ ਅੰਦਰ ਨਾਮ ਦੀ ਧੁਨ ਵੱਜਦੀ ਰਹਿੰਦੀ ਹੈ। ਆਪਣੇ ਅੰਦਰੋਂ ਹੀ ਨਾਮ ਸੁਣਦਾ ਰਹਿੰਦਾ। ਨਾਮ ਤਾਂ ਸਾਡੇ ਅੰਦਰ ਹੁਣ ਵੀ ਚੱਲ ਰਿਹਾ ਹੈ, ਕਿ ਰੱਬੀ ਸੰਗੀਤ ਹੋ ਹੀ ਰਿਹਾ ਹੈ। ਸਾਡਾ ਮਨ ਮੈਲਾ ਹੋਣ ਕਰਕੇ ਸਾਨੂੰ ਉਹ ਸੁਣਦਾ ਨਹੀਂ ਹੈ। ਜਦੋਂ ਮਨ ਸ਼ੁੱਧ ਪਵਿੱਤਰ ਹੋ ਜਾਏਗਾ, ਫਿਰ ਉਹ ਪਰਮਾਤਮਾ ਦਾ ਨਾਮ ਅੰਦਰ ਵੱਜਦਾ ਹੋਇਆ ਸੁਣਾਈ ਦੇਵੇਗਾ। ਫਿਰ ਬੰਦੇ ਨੂੰ ਵਾਹਿਗੁਰੂ ਵਾਹਿਗੁਰੂ ਕਰਨ ਦੀ ਲੋੜ ਨਹੀਂ ਪੈਂਦੀ। ਉਹ ਜੇ ਅੰਦਰ ਵਾਹਿਗੁਰੂ ਵਾਹਿਗੁਰੂ ਨੂੰ ਸੁਣ ਰਿਹਾ ਨਾ, ਉਹ ਬਸ ਉਹ ਸੁਣਦਾ ਰਹਿੰਦਾ। ਉਹਦੀ ਉੱਥੇ ਸੁਰਤ ਲੱਗ ਜਾਂਦੀ ਹੈ, ਉੱਥੇ ਬਿਰਤੀ ਲੱਗ ਜਾਂਦੀ ਹੈ। ਮਨਮੁਖ ਖੋਟੀ ਰਾਸ ਖੋਟਾ ਪਾਸਾਰਾ, ਕੂੜ ਕਮਾਵਨ ਦੁੱਖ ਲਾਗੈ ਭਾਰਾ, ਭਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮੈ ਜਨਮ ਗਵਾ ਬਣਿਆ। ਜਿਹੜੇ ਮਨਮੁਖ ਨੇ ਇਹਨਾਂ ਕੋਲ ਜਿਹੜੀ ਰਾਸ ਪੂੰਜੀ ਹੈ ਉਹ ਵੀ ਖੋਟੀ ਹੈ। ਕਿਉਂ ਖੋਟੀ ਹੈ? ਕਿਉਂਕਿ ਮਨਮੁਖ ਨੇ ਇਸ ਲਈ ਗਲਤ ਤਰੀਕੇ ਨਾਲ ਮਾਇਆ ਇਕੱਠੀ ਕਰਦੇ ਨੇ, ਇਸ ਲਈ ਖੋਟੀ ਹੈ। ਜਿਵੇਂ ਖੋਟਾ ਸਿੱਕਾ ਦਰਗਾਹ 'ਚ ਨਹੀਂ ਚੱਲਦਾ, ਖੋਟਾ ਸਿੱਕਾ ਬਾਜ਼ਾਰ 'ਚ ਵੀ ਨਹੀਂ ਚੱਲਦਾ, ਖਰਾ ਸਿੱਕਾ ਹੀ ਬਾਜ਼ਾਰ ਚੱਲਦਾ ਅਤੇ ਖਰਾ ਹੀ ਪਰਮਾਤਮਾ ਦੀ ਦਰਗਾਹ ਚੱਲਦਾ। ਇਸ ਲਈ ਜਿਹੜੇ ਖੋਟੇ ਲੋਕ ਹਨ, ਜਿਨ੍ਹਾਂ ਕੋਲ ਖੋਟੀ ਪੂੰਜੀ ਹੈ, ਉਹਨਾਂ ਦੀ ਦਰਗਾਹ 'ਚ ਕੋਈ ਕੀਮਤ ਨਹੀਂ ਹੁੰਦੀ। ਉਸ ਖੋਟੀ ਰਾਸ ਨਾਲ ਜਿਹੜਾ ਵੀ ਪਸਾਰਾ ਕਰਦੇ ਹਨ
ਉਹ ਵੀ ਖੋਟਾ, ਉਹ ਵੀ ਖੋਟਾ। ਗਲਤ ਕਮਾਈ ਨਾਲ ਜੋ ਵੀ ਅਸੀਂ ਖਰੀਦਾਂਗੇ, ਜੋ ਵੀ ਕਰਾਂਗੇ, ਉਹ ਵੀ ਗਲਤ ਹੈ, ਉਹ ਵੀ ਗਲਤ। ਇਸ ਲਈ ਜਿਹੜੇ ਮਨਮੁੱਖ ਨੇ ਇਹਨਾਂ ਕੋਲ ਖੋਟੀ ਪੂੰਜੀ ਹੁੰਦੀ ਹੈ। ਜਿਹੜਾ ਉਸ ਪੂੰਜੀ ਨਾਲੇ ਪਸਾਰਾ ਚੀਜ਼ਾਂ ਬਣਾਉਂਦੇ ਨੇ, ਖਰੀਦਦੇ ਨੇ, ਉਹ ਵੀ ਖੋਟੇ। ਕੂੜ ਕਮਾਵਣ ਦੁੱਖ ਲੱਗੈ ਪਰ, ਉਹ ਕੂੜ ਦੀ ਕਮਾਈ ਕਰਦੇ ਨੇ। ਉਹ ਗਲਤ ਤਰੀਕੇ ਦੇ ਨਾਲ ਮਾਇਆ ਇਕੱਠੀ ਕਰਦੇ ਨੇ, ਫਿਰ ਉਹਨੂੰ ਭਾਰੀ ਦੁੱਖ ਸਹਿਣਾ ਪੈਂਦਾ ਹੈ। ਕਿਉਂਕਿ ਜਦੋਂ ਵੀ ਅਸੀਂ ਗਲਤ ਤਰੀਕੇ ਅਪਣਾਉਂਦੇ ਹਾਂ, ਉਹ ਸਾਡੇ ਲਈ ਹਮੇਸ਼ਾ ਦੁਖਦਾਈ ਹੁੰਦੇ ਹਨ। ਜ਼ਿੰਦਗੀ 'ਚ ਸਹੀ ਤਰੀਕੇ ਨਾਲ ਜਿਉਣਾ ਚਾਹੀਦਾ ਹੈ। ਜਦੋਂ ਆਪਾਂ ਸਹੀ ਤਰੀਕੇ ਨਾਲ ਜਿਵਾਂਗੇ, ਸਾਡੀ ਜ਼ਿੰਦਗੀ ਆਪੇ ਸਿੰਪਲ ਹੋ ਜਾਏਗੀ। ਫਿਰ ਜ਼ਿੰਦਗੀ ਆਪਣੇ ਆਪ ਹੀ ਸਿੰਪਲ ਹੋ ਜਾਂਦੀ ਹੈ। ਨਹੀਂ ਤਾਂ ਜੇ ਅਸੀਂ ਕੂੜ ਦੀ ਕਮਾਈ ਕਰਾਂਗੇ, ਦੁੱਖ ਲੱਗ ਗਿਆ ਭਾਰਾ, ਫਿਰ ਭਾਰਾ ਬਣੇ ਬਹੁਤ, ਫਿਰ ਮਨੁੱਖ ਨੂੰ ਬਹੁਤ ਦੁੱਖ ਲੱਗਦਾ, ਬਹੁਤ ਦੁੱਖ ਸਹਿੰਦਾ ਹੈ। ਭਰਮੇ ਭੁੱਲੇ ਫਿਰਨ ਦਿਨ ਰਾਤੀ, ਭਰਮ 'ਚ ਭੁੱਲ ਕੇ ਉਹ ਭਟਕਦੇ ਰਹਿੰਦੇ ਦਿਨ ਰਾਤ। ਉਹਨਾਂ ਦੇ ਮਨ ਦੀ ਭਟਕਣਾ ਖਤਮ ਨਹੀਂ ਹੁੰਦੀ, ਉਹ ਭਟਕਦੇ ਰਹਿੰਦੇ ਨੇ। ਮਰ ਜਨਮੇ ਜਨਮ ਗਵਾ ਬਣੇ, ਉਹ ਮਰਦੇ ਨੇ, ਜੰਮਦੇ ਨੇ, ਮਰਦੇ ਨੇ, ਜੰਮਦੇ ਨੇ, ਜਨਮ ਗਵਾ ਬਣਿਆ। ਅਤੇ ਜਿਹੜਾ ਮਨੁੱਖਾ ਜੀਵਨ ਹੈ ਉਹਨੂੰ ਗਵਾ ਕੇ ਚਲੇ ਜਾਂਦੇ ਹਨ। ਆਏ ਤਾਂ ਅਸੀਂ ਦਸਾਂ ਨੂੰ ਦੀ ਕਿਰਤ ਕਰਨ ਦੇ ਨਾਮ ਜਪਣ। ਹੁਣ ਜਦੋਂ ਕਿਰਤ ਹੀ ਸੁੱਚੀ ਨਹੀਂ ਤੇ ਨਾਮ ਵੀ ਨਹੀਂ ਜਪਿਆ ਜਾ ਸਕਦਾ। ਜੇ ਸੁੱਚੀ ਕਿਰਤ ਹੋਵੇਗੀ ਤਾਂ ਹੀ ਮਨ ਸੁੱਚਾ ਹੋਵੇਗਾ ਨਾ। ਕਿਰਤੀ ਸੁੱਚੀ ਨਹੀਂ, ਉਹ ਪੜ੍ਹੀ ਹੋਈ ਬਾਣੀ, ਪੜ੍ਹਿਆ ਹੋਇਆ ਨਾਮ ਉਹਦੇ ਮਨ ਨੂੰ ਸਾਫ਼ ਨਹੀਂ ਕਰਦਾ। ਇਸ ਲਈ ਉਹ ਮਨੁੱਖਾ ਜੀਵਨ ਇਸ ਸੰਸਾਰ 'ਤੇ ਗੁਆ ਕੇ ਚਲੇ ਜਾਂਦੇ। ਆਏ ਸੀ ਜੀਵਨ ਨੂੰ ਲੇਖੇ ਲਾਉਣ ਤੇ ਗੁਆ ਕੇ ਚਲੇ। ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਆਧਾਰਾ, ਨਾਨਕ ਨਾਮ ਮਿਲੈ ਵਡਿਆਈ, ਦੁੱਖ ਸੁੱਖ ਸਮ ਕਰ ਜਾਣਿਆ। ਸੱਚਾ ਸਾਹਿਬ ਪਰਮਾਤਮਾ, ਉਹਨੂੰ ਸੱਚਾ ਇਸ ਲਈ ਕਿ ਸਦਾ ਰਹਿਣ ਵਾਲਾ ਹੈ। ਪਾ ਪਰਮਾਤਮਾ ਮੈਂ ਅਤ ਪਿਆਰਾ, ਮੈਨੂੰ ਬੜਾ ਪਿਆਰਾ ਲੱਗਦਾ ਹੈ। ਪੂਰੇ ਗੁਰ ਕੈ ਸ਼ਬਦ ਆਧਾਰ, ਪੂਰੇ ਗੁਰੂ ਨੇ ਜਿਹੜਾ ਸ਼ਬਦ ਦਿੱਤਾ ਹੈ ਉਹ ਮੇਰੇ ਜੀਵਨ ਦਾ ਆਧਾਰ ਹੋ ਗਿਆ। ਜਦੋਂ ਨਾਮ ਬਾਣੀ ਜੀਵਨ ਦਾ ਆਧਾਰ ਹੋ ਜਾਏ ਨਾ, ਫਿਰ ਜਾ ਕੇ ਗੱਲ ਬਣਦੀ ਹੈ। ਜਿਸ ਨੂੰ ਬਾਣੀ ਚੰਗੀ ਲੱਗਦੀ ਹੈ, ਨਾਮ ਚੰਗਾ ਲੱਗਦਾ ਹੈ, ਉਹਨੂੰ ਰੱਬ ਵੀ ਚੰਗਾ ਲੱਗਦਾ। ਜੇ ਮੰਨ ਲਓ ਜੇ ਮੈਨੂੰ ਗੁਰੂ ਪਿਆਰਾ ਲੱਗਦਾ ਹੈ ਤਾਂ ਗੁਰੂ ਦੀ ਬਾਣੀ ਵੀ ਪਿਆਰੀ ਲੱਗੇਗੀ। ਜੇ ਮੈਨੂੰ ਬਾਣੀ ਹੀ ਨਹੀਂ ਪਿਆਰੀ ਲੱਗਦੀ ਤਾਂ ਮੈਨੂੰ ਗੁਰੂ ਵੀ ਨਹੀਂ ਪਿਆਰਾ ਲੱਗਦਾ। ਸਿੱਧਾ ਹਿਸਾਬ ਹੈ। ਇਸ ਲਈ ਗੁਰੂ ਦੇ ਦਿੱਤੇ ਸ਼ਬਦ ਦੇ ਆਧਾਰ 'ਤੇ ਕਹਿੰਦੇ ਮੈਨੂੰ ਪਰਮਾਤਮਾ ਬਹੁਤ ਪਿਆਰਾ ਲੱਗਦਾ ਹੈ। ਨਾਨਕ ਨਾਮ ਮਿਲੈ ਵਡਿਆਈ, ਨਾਮ ਦੇ ਰਾਹੀਂ ਮਨੁੱਖ ਨੂੰ ਵਡਿਆਈ ਮਿਲਦੀ ਹੈ। ਕਿ ਮਨੁੱਖ ਨਾਮ ਜਪਦਾ ਹੈ, ਪਰਮਾਤਮਾ ਦੀ ਵਡਿਆਈ ਕਰ ਰਿਹਾ। ਕਹਿੰਦੇ ਡੂ ਗੁੱਡ ਫਾਈਂਡ ਗੁੱਡ, ਬਾਈਬਲ ਕਹਿੰਦੀ ਜੇ ਤੁਸੀਂ ਚੰਗਾ ਕਰੋਗੇ ਤਾਂ ਹੀ ਤੁਹਾਡਾ ਚੰਗਾ ਹੋਵੇਗਾ ਨਾ। ਆਪਾਂ ਪਰਮਾਤਮਾ ਦੀ ਵਡਿਆਈ ਕਰਦੇ ਹਾਂ, ਪਰਮਾਤਮਾ ਸਾਡੀ ਵਡਿਆਈ ਸੰਸਾਰ ਤੋਂ ਕਰਾ ਦਿੰਦਾ ਹੈ। ਪਰਮਾਤਮਾ ਸਵਾਰਥੀ ਨਹੀਂ ਹੈ ਕਿ ਹਾਂਜੀ ਮੇਰੀ ਹੀ ਵਡਿਆਈ ਕਰੀ ਜਾ, ਨਹੀਂ। ਉਹ ਕਹਿੰਦਾ ਜਿਹੜਾ ਮੇਰੀ ਵਡਿਆਈ ਕਰੇਗਾ ਮੈਂ ਉਸਦੀ ਸੰਸਾਰ ਤੋਂ ਵਡਿਆਈ ਕਰਾ ਦਾਂਗਾ। ਜਿਹੜਾ ਮੇਰੀ ਵਡਿਆਈ ਕਰੇਗਾ ਉਹਨੂੰ ਮੈਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਵਾਂਗਾ। ਜਿਹੜਾ ਮੇਰੀ ਵਡਿਆਈ ਕਰੇਗਾ ਮੈਂ ਉਸਦੇ ਆਪ ਕਾਰਜ ਸਵਾਰਾਂਗਾ।
ਉਹਦੇ ਕਾਰ ਸਵਰ। ਇਸ ਨਾਮ ਜਪਣ ਦੇ ਬੜੇ ਹੀ ਲਾਭ ਨੇ, ਪਰ ਕਿਰਤ ਰੱਖੋ ਸੁਚੀ ਤੇ ਨਾਮ ਜਪੀ ਜਾਓ। ਕਿਰਤ ਸੁਚੀ ਹੋਵੇ, ਚਾਲ ਚੱਲਣ ਵਧੀਆ ਹੋਵੇ, ਤੇ ਨਾਲ ਨਾਮ ਜਪੀ ਜਾਓ, ਆਨੰਦ ਹੀ ਆਨੰਦ ਹੈ। ਹੁਣ ਇੱਕ ਕਰਮਚਾਰੀ ਸਪੋਜ਼ ਕਰੋ, ਉਹ ਕੋਈ ਰਿਸ਼ਵਤ ਨਹੀਂ ਲੈਂਦਾ, ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਦਫ਼ਤਰ ਦੇ ਵਿੱਚ ਰਹਿੰਦਾ ਅਤੇ ਕੰਮ ਕਰਦਾ ਹੈ। ਅਤੇ ਵੱਡਾ ਅਫਸਰ ਭਾਵੇਂ ਰੋਜ਼ ਆ ਕੇ ਚੈਕਿੰਗ ਕਰਦਾ, ਫਿਰ ਉਹਨੂੰ ਕੀ ਡਰ ਹੈ? ਉਹਦੇ ਕੰਮ ਕਰ ਰਿਹਾ, ਉਹ ਤਾਂ ਕੰਮ ਕਰ ਰਿਹਾ, ਨਾ ਕੋਈ ਰਿਸ਼ਵਤ ਲੈ ਰਿਹਾ, ਮੈਨੂੰ ਡਰ ਹੈ ਮੈਂ ਫੜਿਆ ਨਾ ਜਾਵਾਂ। ਰਿਸ਼ਵਤ ਲੈਣ ਵਾਲਿਆਂ ਨੂੰ ਹਮੇਸ਼ਾ ਡਰ ਹੁੰਦਾ ਕਿਤੇ ਮੈਂ ਫੜਿਆ ਨਾ ਜਾਵਾਂ। ਜਿਹਦੀ ਕਿਰਤ ਸੁੱਚੀ ਹੈ ਉਹਦੇ ਪੱਲੇ ਸੱਚ ਹੁੰਦਾ, ਅਤੇ ਕਹਾਵਤ ਹੈ ਜਿਹਦੇ ਪੱਲੇ ਸੱਚ ਕੋਠੇ ਚੜ੍ਹ ਕੇ ਨੱਚ। ਭਾਵ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੁੰਦੀ, ਕੋਈ ਡਰ ਨਹੀਂ ਹੁੰਦਾ, ਭੈ ਨਹੀਂ ਹੁੰਦਾ। ਸੋ ਨਾਮ ਦੇ ਰਾਹੀਂ ਵਡਿਆਈ ਮਿਲਦੀ ਹੈ। ਫਿਰ ਜਿਹੜਾ ਨਾਮ ਜਪਦਾ ਰਹਿੰਦਾ, ਦੁੱਖ ਸੁੱਖ ਸਮ ਕਰ ਜਾਣਿਆ। ਸਮ ਦਾ ਬਰਾਬਰ, ਸਮ ਹਿੰਦੀ ਦਾ ਸ਼ਬਦ ਹੈ, ਬਰਾਬਰ, ਜਿਹਨੂੰ ਇੰਗਲਿਸ਼ ਕਹਿੰਦੇ ਇਕੁਅਲ। ਉਹਦੇ ਲਈ ਦੁੱਖ ਅਤੇ ਸੁੱਖ ਬਰਾਬਰ ਹੁੰਦੇ ਨੇ। ਉਹ ਦੁੱਖ ਦੇ ਵਿੱਚ ਦੁਖੀ ਨਹੀਂ ਹੁੰਦਾ ਅਤੇ ਸੁੱਖ ਦੇ ਵਿੱਚ ਟੱਪਦਾ ਨਹੀਂ ਹੈਗਾ। ਆਪਾਂ ਦੁੱਖ 'ਚ ਰੋਂਦੇ ਹਾਂ ਅਤੇ ਸੁੱਖ 'ਚ ਤਾੜੀਆਂ ਮਾਰਦੇ ਹਾਂ। ਉਹ ਇੱਕ ਸਾਰ ਹੀ ਰਹਿੰਦੇ ਨੇ। ਉਹਨਾਂ ਨੂੰ ਪਤਾ ਹੈ ਵੀ ਦੁੱਖ ਸੁੱਖ ਪਰਮਾਤਮਾ ਦੇ ਹੁਕਮ ਨਾਲ ਆਉਂਦੇ ਨੇ, ਅਤੇ ਉਹਦੇ ਹੁਕਮ ਨੂੰ ਤਾਂ ਟਾਲੇ ਹੀ ਨਹੀਂ ਜਾਸਦਾ, ਅਤੇ ਰੋ ਪਿੱਟ ਕੇ ਕੀ ਕਰਾਂਗੇ। ਹੁਣ ਮੰਨ ਲਓ ਕਿਸੇ ਦਾ ਜੀ ਪਿਆਰਾ ਜੀ ਮਰ ਗਿਆ, ਠੀਕ ਹੈ, ਜਿਹਦੇ ਨਾਲ ਪਿਆਰ ਹੈ ਉਹਦੇ ਵਿਛੋੜੇ ਅਤੇ ਦੁੱਖ ਤਾਂ ਹੁੰਦਾ, ਇਸ 'ਚ ਕੋਈ ਸ਼ੱਕ ਨਹੀਂ। ਪਰ ਉਹ ਦੁੱਖ ਨੂੰ ਬੜੇ ਆਰਾਮ ਨਾਲ ਸਹਿ ਲੈਂਦੇ ਨੇ। ਉਹਨੂੰ ਪਤਾ ਹੈ ਵੀ ਹੋਰ ਕੋਈ ਚਾਰਾ ਹੀ ਨਹੀਂ, ਰੋਈ ਜਾਵਾਂਗੇ, ਪਿੱਟੀ ਜਾਵਾਂਗੇ, ਐ ਨਹੀਂ ਸੀ ਹੋਣਾ ਚਾਹੀਦਾ, ਨਹੀਂ ਸੀ, ਉਹਨੂੰ ਤਾਂ ਵਾਪਸ ਆਉਣਾ ਕੋਈ ਨਹੀਂ ਹੈ, ਉਹ ਨਹੀਂ ਵਾਪਸ ਆਉਣਾ। ਸੋ ਜੇ ਤੁਸੀਂ ਗਏ ਹੋ, ਤੁਸੀਂ ਵੱਡੀ ਉਮਰ ਦੇ ਹੋ, ਤੁਸੀਂ ਸਿਆਣੇ ਹੋ, ਕਿਤੇ ਜੀ ਮਰ ਗਿਆ ਹੈ, ਉਹ ਰੋਂਦੇ ਨੇ, ਉਹਨਾਂ ਨੂੰ ਉਸੇ ਵੇਲੇ ਚੁੱਪ ਨਹੀਂ ਕਰਾਉਣਾ, ਉਸੇ ਵੇਲੇ ਚੁੱਪ ਨਹੀਂ ਕਰਨਗੇ। ਉਹ ਅੰਦਰ ਜੋ ਦੁੱਖ ਹੈ ਉਹ ਇੱਕ ਵਾਰੀ ਵਹਿ ਜਾਵੇਗਾ ਹੰਝੂਆਂ ਰਾਹੀਂ। ਜਦੋਂ ਹੰਝੂਆਂ ਰਾਹੀਂ ਉਹ ਵਗੇਗਾ, ਫਿਰ ਕੁਝ ਸਮਾਂ ਰੋਣ ਤੋਂ ਬਾਅਦ ਫਿਰ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਤੇ ਸਮਝਾਉਣਾ ਚਾਹੀਦਾ ਭਾਈ ਜੋ ਹੋ ਗਿਆ ਉਹ ਹੁਣ ਹੋ ਗਿਆ। ਹੁਣ ਇਹ ਮਨੁੱਖ ਦੁਬਾਰਾ ਜਿਉਂਦਾ ਨਹੀਂ ਹੋ ਸਕਦਾ। ਇਸ ਲਈ ਭਾਈ ਤੁਸੀਂ ਥੋੜ੍ਹਾ ਜਿਹਾ ਹੌਸਲਾ ਰੱਖੋ ਅਤੇ ਅੱਗੇ ਭਵਿੱਖ ਬਾਰੇ ਸੋਚੋ। ਸੋ ਜਿਹੜੇ ਨੇ ਨਾਮ ਜਪਣ ਵਾਲੇ, ਉਹ ਦੁੱਖ ਅਤੇ ਸੁੱਖ ਨੂੰ ਬਰਾਬਰ ਕਰਕੇ ਜਾਣਦੇ ਹਨ। ਮਾਝ ਮਹਿਲਾ ਤੀਜਾ, ਤੀਸਰੇ ਪਾਤਸ਼ਾਹ ਮਾਝ ਰਾਗ ਰਾਹੀਂ ਫਰਮਾਨ ਕਰਦੇ ਨੇ, ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨ ਨਾਵੇਂ ਸਭ ਭਰਮ ਭੁਲਾਣੀ, ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ। ਹੇ ਪਰਮਾਤਮਾ, ਖਾਣੀ ਉਹ ਸਾਧਨ ਹੁੰਦਾ ਜਿਸ ਦੇ ਰਾਹੀਂ ਜੀਵ ਇਸ ਸੰਸਾਰ 'ਤੇ ਆਉਂਦਾ ਹੈ। ਕੋਈ ਆਂਡਿਆਂ ਰਾਹੀਂ, ਕੋਈ ਜੇਰ ਰਾਹੀਂ, ਕੁਝ ਧਰਤੀ ਦੇ ਵਿੱਚੋਂ, ਕੁਝ ਸਿੱਲ ਰਾਹੀਂ। ਚਾਰ ਖਾਣੀਆਂ ਮੰਨੀਆਂ ਗਈਆਂ ਹਨ। ਉਤਪਤੀ ਦੇ ਚਾਰ ਸਾਧਨ ਮੰਨੇ ਗਏ ਹਨ। ਪਰ ਕਹਿ ਚਲੋ ਜਿੰਨੇ ਵੀ ਉਤਪਤੀ ਦੇ ਸਾਧਨ ਨੇ ਉਹ ਤੇਰੇ ਨੇ, ਤੇਰੀਆਂ ਬਾਣੀ, ਅਤੇ ਜਿੰਨੇ ਜੀਵ ਨੇ ਇਹ ਵੀ ਤੇਰੇ ਹੀ ਨੇ। ਤੂੰ ਉਤਪਤੀ ਦੇ ਸਾਧਨ ਬਣਾਏ ਹਨ, ਅਤੇ ਜਿਹੜੀ ਉਤਪਤੀ ਹੁੰਦੀ ਹੈ, ਜਿਹੜੀ ਬਾਣੀ ਬਨਾਵਟ ਹੁੰਦੀ ਹੈ, ਉਹ ਵੀ ਤੇਰੀਆਂ ਨੇ। ਬਿਨ ਨਾਵੇਂ ਸਭ ਭਰਮ ਭੁਲਾਣੀ। ਪਰ ਇਹ ਜਿਹੜੇ ਜੀਵ ਨੇ,
ਜਿਹੜੇ ਖਾਣੀਆਂ ਰਾਹੀਂ ਇਸ ਸੰਸਾਰ 'ਤੇ ਆਏ, ਜੇ ਉਹ ਨਾਮ ਨਹੀਂ ਨਾ ਜਪਦੇ, ਬਿਨ ਨਾਮੇ ਸਭ ਭਰਮ ਭੁਲਾਣੇ, ਹਰ ਇੱਕ ਭਰਮ 'ਚ ਪਿਆ ਹੋਇਆ ਅਤੇ ਰੱਬ ਨੂੰ ਭੁੱਲਿਆ ਹੋਇਆ। ਜਦੋਂ ਮਨੁੱਖ ਨੂੰ ਭਰਮ ਹੋ ਜਾਏ, ਉਸ ਤੋਂ ਅਸਲ 'ਚ ਫੈਸਲਾ ਹੀ ਨਹੀਂ ਕੋਈ ਹੁੰਦਾ। ਉਹਨੂੰ ਇਹੀ ਨਹੀਂ ਸਮਝਦੀ ਵੀ ਆਹ ਠੀਕ ਹੈ ਕਿ ਆਹ ਠੀਕ ਹੈ। ਭਰਮ ਹੈ। ਰਾਜਾ ਜਨਕ ਹੈ, ਬਾਅਦ 'ਤੇ ਉਹ ਬ੍ਰਹਮ ਗਿਆਨੀ ਹੋ ਗਿਆ। ਉਹ ਤੋਂ ਪਹਿਲਾਂ ਉਹਨੂੰ ਰਾਤ ਨੂੰ ਇੱਕ ਸੁਪਨਾ ਆਉਂਦਾ। ਗੁਰਬਾਣੀ 'ਚ ਵੀ ਇਸ ਗੱਲ ਦਾ ਵਰਣਨ ਹੈ। ਉਸ ਸੁਪਨੇ 'ਚ ਮੰਗਤਾ ਹੋ ਜਾਂਦਾ ਹੈ। ਭਿਖਾਰੀ ਬੜਾ ਦੁੱਖ ਪਾਉਂਦਾ ਹੈ। ਕਈ ਸੁਪਨੇ ਐਸੇ ਹੁੰਦੇ ਨੇ ਜਿਹੜੇ ਜਾਗਣ ਤੋਂ ਬਾਅਦ ਹੂ ਬਹੂ ਬਹੁਤ ਸਮਾਂ ਯਾਦ ਰਹਿੰਦੇ ਨੇ। ਕਈ ਸੁਪਨੇ ਦੇ ਕੁਝ ਦੇਰ ਬਾਅਦ ਭੁੱਲ ਜਾਂਦੇ ਨੇ, ਅਤੇ ਕਈ ਸੁਪਨੇ ਐਸੇ ਨੇ ਜਿਹਨਾਂ ਪਤਾ ਲੱਗਦਾ ਵੀ ਸੁਪਨਾ ਆਇਆ ਸੀ, ਕੀ ਆਇਆ ਸੀ, ਇਸ ਵੇਲੇ ਤੱਕ ਯਾਦ ਨਹੀਂ ਰਹਿੰਦਾ। ਹੁਣ ਮੰਗਤਾ ਬਣ ਗਿਆ, ਦੁੱਖ ਸਹਿ ਰਿਹਾ। ਜਦੋਂ ਜਾਗਿਆ, ਉਹਨੂੰ ਸਮਝ ਨਹੀਂ ਆ ਰਹੀ ਕਿ ਜਿਹੜਾ ਮੈਂ ਰਾਜਾ ਹਾਂ ਇਹ ਸੱਚ ਹੈ, ਕਿ ਜਿਹੜਾ ਮੈਨੂੰ ਸੁਪਨਾ ਹੈ ਇਹ ਸੱਚ ਹੈ। ਉਹਨੂੰ ਉਸ ਤੋਂ ਫੈਸਲਾ ਨਹੀਂ ਹੋ ਰਿਹਾ। ਉਹਨੇ ਢਿੰਡੋਰਾ ਪੜਤਾ ਆਪਣੇ ਸਾਰੇ ਸ਼ਹਿਰ 'ਚ ਕਿ ਜਿਹੜਾ ਮੇਰੇ ਪ੍ਰਸ਼ਨ ਦਾ ਉੱਤਰ ਦੇਵੇਗਾ, ਮੈਂ ਉਹਨੂੰ ਤਾਂ ਵਿਦਵਾਨ ਮੰਨਾਂਗਾ, ਨਹੀਂ ਤਾਂ ਉਹਨੂੰ ਮੈਂ ਫੜ ਕੇ ਅੰਦਰ ਕਰ ਦੇਣਾ ਜਿੰਨਾ ਚਿਰ ਉਹ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਦਿੰਦਾ। ਜਿਹੜੇ ਵਿਦਵਾਨ ਸਨ ਉਹਨਾਂ ਨੇ ਕਿਹਾ ਕਿਸੇ ਨਾ ਕਿਸੇ ਕਿਤਾਬ 'ਚ ਪੁੱਛੂਗਾ ਪ੍ਰਸ਼ਨ, ਆਪਾਂ ਬਥੇਰੇ ਵੇਦ ਪੜ੍ਹ ਯਾਦ ਦੇ ਦਾਂਗੇ। ਜਿਹੜਾ ਆਵੇ ਉਹਨੂੰ ਕਹੇ ਵੀ ਇਹ ਸੱਚਾ ਕਿ ਉਹ ਸੱਚਾ, ਇਹ ਦੱਸੇ ਨਾ ਵੀ ਮੈਨੂੰ ਇਹ ਸੁਪਨਾ ਆਇਆ ਸੀ, ਵੀ ਮੇਰਾ ਰਾਜ ਸੱਚਾ ਹੈ ਕਿ ਸੁਪਨਾ ਸੱਚਾ, ਇਹ ਨਾ ਦੱਸੇ। ਕਹਿੰਦੇ ਇਹ ਸੱਚਾ ਕਿ ਉਹ ਸੱਚਾ। ਕਿਸੇ ਨੂੰ ਗੱਲ ਹੀ ਨਹੀਂ ਸਮਝ ਆ ਰਹੀ। ਉਹਨੂੰ ਫੜ ਕੇ ਅੰਦਰ ਕਰ ਦੇਗਾ, ਤੂੰ ਘਰ ਨਹੀਂ ਜਾ ਸਕਦਾ ਜਿੰਨਾ ਚਿਰ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਦਿੰਦਾ। ਰਹੀ ਜਾ, ਰੋਟੀ ਪਾਣੀ ਸਭ ਕੁਝ ਇੱਥੇ ਮਿਲੇਗਾ, ਪਰ ਘਰ ਨਹੀਂ ਜਾ ਸਕਦਾ। ਐਂ ਹੀ ਉਹਨੇ ਘੱਟ ਤੋਂ ਘੱਟ 80 ਵਿਦਵਾਨ ਐਂ ਰੱਖੇ ਹੋਏ ਨੇ ਜਿਹੜੇ ਕੋਈ ਨਹੀਂ ਜਵਾਬ ਦੇ ਸਕਿਆ। ਇੱਕ ਲੜਕਾ ਸੀ ਜਿਹਦਾ ਨਾਂ ਸੀ ਅਸ਼ਟਾਵਕਰ। ਅਸਲੀ ਪਤਾ ਨਹੀਂ ਕੀ ਨਾਂ ਸੀ, ਪਰ ਉਹਦੇ ਸਰੀਰ 'ਚ 8 ਵਿੰਗ ਵਾਲ ਸਨ, ਅਤੇ ਹਿੰਦੀ 'ਚ 8 ਨੂੰ ਅਸ਼ਟ ਕਹਿੰਦੇ ਨੇ, ਵਕਰ ਵਿੰਗ ਨੂੰ ਕਹਿੰਦੇ ਨੇ, ਇਸ ਲਈ ਆਮ ਨੂੰ ਅਸ਼ਟਾਵਕਰ ਕਹਿੰਦੇ। ਉਹ ਜੋ 8-9 ਸਾਲਾਂ ਦਾ ਹੋਇਆ, ਆਪਣੀ ਮਾਂ ਨੂੰ ਪੁੱਛਦਾ ਵੀ ਕੀ ਮੇਰੇ ਪਿਤਾ ਜੀ ਸਵਰਗਵਾਸ ਹੋ ਗਏ ਨੇ ਕਿ ਕਿਤੇ ਗਏ ਹੋਏ ਨੇ? ਉਹ ਕਹਿੰਦੇ ਪੁੱਤ, ਤੇਰੇ ਰਾਜੇ ਦਾ ਇੱਕ ਪ੍ਰਸ਼ਨ ਸੀ ਕਿ ਇਹ ਸੱਚਾ ਕਿ ਉਹ ਸੱਚਾ। ਜਿਹੜਾ ਵੀ ਜਾਂਦਾ ਸੀ ਉੱਤਰ ਦੇਣ, ਉਹ ਦੇ ਨਹੀਂ ਸੀ ਸਕਦਾ ਅਤੇ ਉਹਨੂੰ ਕੈਦ ਕਰ ਦਿੰਦਾ ਸੀ, ਅਤੇ ਤੇਰਾ ਬਾਪ ਤੇ ਕਈ ਸਾਲਾਂ ਦਾ ਕੈਦ ਹੈ ਉੱਥੇ ਰਾਜੇ ਦੇ। ਕਹਿੰਦਾ ਅੱਛਾ ਬਸ ਇੰਨੀ ਗੱਲ ਹੀ ਹੈ? ਕਹਿੰਦਾ ਮੈਂ ਲਿਆਉਣਾ ਆਪਣੇ ਪਿਤਾ ਨੂੰ ਛੁਡਾ ਕੇ। ਉਹ ਚਲੇ ਗਏ। ਜਿਹੜਾ ਦਰਬਾਨ ਸੀ ਬਾਹਰ ਗੇਟ ਕੀਪਰ, ਉਹਨੂੰ ਕਹਿੰਦਾ ਵੀ ਮੈਂ ਰਾਜੇ ਦੇ ਪ੍ਰਸ਼ਨ ਦਾ ਉੱਤਰ ਦੇਣਾ। ਉਹਨੇ ਅੰਦਰ ਜਾ ਕੇ, ਜੋ ਵਿਦਵਾਨ ਵੀ ਬੈਠੇ ਸਨ, ਰਾਜਾ ਵੀ ਬੈਠਾ, ਮੰਤਰੀ ਵੀ ਬੈਠੇ ਨੇ, ਉਹਨੇ ਦਰਬਾਰ ਨੇ ਜਾ ਕੇ ਕਿਹਾ ਵੀ ਇੱਕ ਲੜਕਾ ਆਇਆ ਜੀ, ਕਹਿੰਦਾ ਮੈਂ ਰਾਜੇ ਦੇ ਪ੍ਰਸ਼ਨ ਦਾ ਉੱਤਰ ਦੇਣਾ। ਕਹਿੰਦੇ ਮੈਨੂੰ ਸਤਿਕਾਰ ਸਹਿਤ ਲੈ ਆਓ। ਜਦੋਂ ਲੜਕਾ ਅੰਦਰ ਆਇਆ ਤਾਂ ਜਿੰਨੇ ਅੰਦਰ ਵਿਦਵਾਨ ਲੋਕ ਸਨ ਉਹ ਸਾਰੇ ਹੀ ਕਰਕੇ ਹੱਸਣ ਲੱਗ ਪਏ ਵੀ ਹੈ ਆ ਜਵਾਕ ਤੇ ਵਿੰਗ 'ਚ ਡਿੰਗਿਆ ਜੇ, ਇਹ ਕੀ ਉੱਤਰ ਦੇਗਾ? ਉਹ ਵੀ ਸਮਝ ਗਿਆ, ਅੱਗੋਂ ਵੀ ਹੀ ਕਰਦਾ। ਉਹ ਵਿਦਵਾਨ ਕਹਿੰਦੇ ਰਾਜਨ ਇਹ ਸਾਡੀ ਨਕਲ ਆਉਂਦਾ ਹੈ। ਉਹ ਕਹਿੰਦੇ ਰਾਜਨ ਇਹ ਸਾਰੇ ਚਮਿਆਰ ਬੈਠੇ ਨੇ। ਕਹਿੰਦੇ ਅਸੀਂ ਤੈਨੂੰ ਚਮਿਆਰ ਦੱਸਦੇ ਤੇ ਬ੍ਰਾਹਮਣ। ਕਹਿੰਦੇ ਤੁਸੀਂ ਸਾਰੇ ਚਮਿਆਰ ਹੋ, ਮੈਂ ਕੀ ਹਾਂ ਉਹ ਤਾਂ ਤੁਹਾਨੂੰ ਪਤਾ ਹੀ ਨਹੀਂ। ਤੁਸੀਂ ਤਾਂ ਮੇਰਾ ਚੰਮ ਵੇਖਿਆ ਹੈ ਅਤੇ ਹੱਸ ਰਹੇ ਹੋ। ਅਤੇ ਜਿਹਨੂੰ ਚੰਮ ਦੀ ਪਹਿਚਾਣ ਹੋਵੇ ਉਹਨੂੰ ਕਹਿੰਦੇ ਚਮਿਆਰ।
ਜੇ ਤੁਸੀਂ ਚਮਿਆਰ ਢਿੱਲੇ ਹੋ ਗਏ ਤੇ ਰਾਜਾ ਵੀ ਦੇਖਦਾ ਕਮਾਲ ਦਾ ਮੁੰਡਾ। ਹਾਂ, ਕਹਿੰਦੇ ਰਾਜਨ ਬੋਲੋ। ਕਹਿੰਦਾ ਵੀ ਕਾਕਾ ਇਹ ਸੱਚਾ ਕਿ ਉਹ ਸੱਚਾ? ਕਹਿੰਦੇ ਰਾਜਨ ਦੋਨੋਂ ਹੀ ਝੂਠੇ। ਪਰ ਕਹਿੰਦੇ ਇਹਨੂੰ ਨਹੀਂ, ਇਹਨਾਂ ਚਮਿਆਰਾਂ ਨੂੰ ਸਮਝ ਨਹੀਂ ਆਉਣੀ, ਨਾ ਤੁਹਾਡੇ ਪ੍ਰਸ਼ਨ ਦੀ ਨਾ ਮੇਰੇ ਉੱਤਰ ਦੀ। ਮੈਂ ਦੱਸਦਾ ਕਿ ਤੁਹਾਨੂੰ ਬਹੁਤ ਸਾਲ ਪਹਿਲਾਂ ਬਹੁਤ ਡਰਾਉਣਾ ਸੁਪਨਾ ਆਇਆ। ਸੁਪਨੇ ਦੇ ਵਿੱਚ ਤੁਸੀਂ ਭਿਖਾਰੀ ਹੋ ਗਏ। ਉਹ ਸੁਪਨਾ ਇੰਨਾ ਡਰਾਉਣਾ ਸੀ ਕਿ ਸਵੇਰ ਤੱਕ ਤੁਹਾਨੂੰ ਯਾਦ ਰਿਹਾ ਅਤੇ ਤੁਹਾਨੂੰ ਸਮਝ ਨਹੀਂ ਆ ਰਹੀ ਸੀ ਕਿ ਆ ਜਿਹੜਾ ਮੈਂ ਰਾਜ ਹੈ ਇਹ ਸੱਚਾ ਕਿ ਜਿਹੜਾ ਸੁਪਨਾ ਹੈ ਇਹ ਸੱਚਾ। ਕਿ ਰਾਜ ਇਹੀ ਗੱਲ ਨਾ? ਕਹਿੰਦੇ ਹਾਂ ਇਹੀ ਗੱਲ। ਕਹਿੰਦੇ ਰਾਜ ਦੋਨੇ ਝੂਠੇ, ਨਾ ਰਾਜ ਸੱਚਾ ਨਾ ਸੁਪਨਾ ਸੱਚਾ। ਅਤੇ ਉਹਨੇ ਕਿਹਾ ਇਹ ਤਾਂ ਬੱਚਾ ਬਹੁਤ ਯੋਗ ਹੈ, ਕਿਉਂ ਨਾ ਮੈਨੂੰ ਗੁਰੂ ਧਾਰਨ ਕਰ ਲਵਾਂ। ਅਤੇ ਰਾਜਾ ਜਨਕ ਨੇ ਫਿਰ ਅਸ਼ਟਾਵਕਰ ਨੂੰ ਗੁਰੂ ਧਾਰਨ ਕੀਤਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਨੇ ਇਹ ਨਾਮ ਤੋਂ ਬਿਨਾਂ ਜਿਹੜੇ ਨੇ ਸਭ ਭਰਮਾਂ 'ਚ ਪਏ ਹੋਏ ਹਨ। ਗੁਰ ਸੇਵਾ ਤੇ ਹਰ ਨਾਮ ਪਾਇਆ। ਗੁਰੂ ਦੀ ਸੇਵਾ ਕਰਕੇ ਹੀ ਹਰੀ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਉਹ ਰਾਜੇ ਜੇ ਸੁਪਨਾ ਭਰਮ 'ਚ ਪੈ ਗਏ ਵੀ ਇਹ ਸੱਚਾ ਕਿ ਉਹ ਸੱਚਾ। ਇਸ ਨਾਮ ਮਨੁੱਖ ਜਪਦਾ ਨਹੀਂ ਅਤੇ ਭਰਮਾਂ 'ਚ ਪੈ ਕੇ ਭਟਕਦਾ ਰਹਿੰਦਾ ਹੈ। ਗੁਰ ਸੇਵਾ ਤੇ ਹਰ ਨਾਮ ਪਾਇਆ। ਗੁਰੂ ਦੀ ਸੇਵਾ ਕਰਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਬਿਨ ਸਤਿਗੁਰ ਕੋਇ ਨਾ ਪਾਵਣੇ। ਗੁਰੂ ਤੋਂ ਬਿਨਾਂ ਨਾਮ ਮਿਲਦੇ ਨਹੀਂ ਕਿਸੇ ਹੋਰ ਕੋਲੋਂ। ਗੁਰੂ ਨੂੰ ਨਾਮ ਦਾ ਦਾਤਾ ਕਿਹਾ ਗਿਆ ਹੈ। ਨਾਮ ਗੁਰੂ ਤੋਂ ਹੀ ਮਿਲਦਾ ਹੈ ਅਤੇ ਉਹ ਵੀ ਸੇਵਾ ਕਰਕੇ ਮਿਲਦਾ। ਗੁਰਮੰਤਰ ਤਾਂ ਵੈਸੇ ਮਿਲ ਜਾਂਦਾ ਬਿਨਾਂ ਸੇਵਾ ਤੋਂ ਵੀ, ਪਰ ਜਿਹਨੂੰ ਅਸਲੀ ਚੀਜ਼ ਕਹਿੰਦੇ ਨਾਮ, ਉਹ ਤਾਂ ਜਦੋਂ ਸੇਵਾ ਕਰਦਾ ਰਹਿੰਦਾ ਕਦੇ ਫਿਰ ਗੁਰੂ ਬਾਈ ਖੁਸ਼ ਹੋ ਕੇ ਉਸ ਨੂੰ ਨਾਮ ਦੀ ਬਖਸ਼ਿਸ਼ ਕਰਦੇ। ਉਹ ਗੁਰੂ ਤੋਂ ਹੀ ਮਿਲਦਾ। ਹੋਂ ਵਾਰੀ ਜੀਓ ਵਾਰੀ ਹਰ ਸੇਤੀ ਚਿਤਲਾ ਬਣੇ। ਸੇਤੀ ਦੇ ਨਾਲ ਜਿਹੜੇ ਹਰੀ ਦੇ ਨਾਲ ਚਿੱਤ ਲਾਉਂਦੇ ਹਨ, ਜਿਹੜੇ ਮਨ ਕਰਕੇ ਹਰੀ ਦਾ ਜਾਪ ਕਰਦੇ ਨੇ। ਮੈਂ ਉਹਨਾਂ 'ਤੇ ਕਦੇ ਬਲਿਹਾਰ ਜਾਂਦਾ ਹਾਂ, ਵਾਰੀ ਜਾਂਦਾ, ਸਦਕੇ ਜਾਂਦਾ, ਕੁਰਬਾਨ ਜਾਂਦਾ ਹਾਂ। ਹਰ ਸੱਚਾ ਗੁਰ ਭਗਤੀ ਪਾਈਏ, ਸਹਿਜੇ ਮਨ ਵਸਾਵਨੇ। ਪਰਮਾਤਮਾ ਜਿਹੜਾ ਹੈ ਉਹ ਗੁਰੂ ਦੀ ਭਗਤੀ ਕਰਕੇ ਹੀ ਪ੍ਰਾਪਤ ਹੁੰਦਾ ਹੈ। ਭਾਵ ਗੁਰੂ ਦੀ ਸੇਵਾ ਕਰਕੇ ਹੀ ਪ੍ਰਾਪਤ ਹੁੰਦਾ ਹੈ। ਜਦੋਂ ਮਨੁੱਖ ਗੁਰੂ ਦੀ ਸੇਵਾ ਕਰਦਾ ਹੈ, ਸਹਿਜੇ ਮਨ ਵਸਾਵਨੇ, ਫਿਰ ਪਰਮਾਤਮਾ ਦੇ ਨਾਮ ਨੂੰ ਸਹਿਜੇ ਹੀ ਮਨ ਵਿੱਚ ਵਸਾ ਲੈਂਦਾ ਹੈ। ਨਾਮ ਵਸ ਗਿਆ ਕਿ ਪਰਮਾਤਮਾ ਵਸ ਗਿਆ, ਇੱਕੋ ਹੀ ਗੱਲ ਹੁੰਦੀ। ਇਸ ਤਰ੍ਹਾਂ ਪਰਮਾਤਮਾ ਨੂੰ ਹਿਰਦੇ 'ਚ ਵਸਾ ਲੈਂਦਾ ਰਹਾਓ। ਸਤਿਗੁਰ ਸੇਵੇ ਤਾਂ ਸਭ ਕਿਛ ਪਾਏ, ਜਿਹੀ ਮਨਸਾ ਕਰ ਲਾਗੈ ਤੇਹਾ ਫਲ ਪਾਏ। ਸਤਿਗੁਰ ਦਾਤਾ ਸਭਨਾ ਵਥੂ ਕਾ, ਪੂਰੇ ਭਾਗ ਮਿਲਾ ਬਣਿਆ। ਸਤਿਗੁਰ ਸੇਵੇ ਤਾਂ ਸਭ ਕੁਛ ਪਾਏ। ਜਿਹੜਾ ਗੁਰੂ ਦੀ ਸੇਵਾ ਕਰਦਾ ਹੈ, ਸੇਵਾ ਅਸਲ ਕੀ ਹੈ? ਗੁਰੂ ਦੇ ਹੁਕਮ ਨੂੰ ਮੰਨਣਾ, ਇਹ ਅਸਲ ਸੇਵਾ। ਇਹ ਨਹੀਂ ਕਿ ਗੁਰੂ ਦੀ ਮੁੱਠੀ ਚਾਪੀ ਕਰੀ ਜਾਣਾ ਜਾਂ ਹੋਰ ਨਹੀਂ। ਗੁਰੂ ਦਾ ਹੁਕਮ ਮੰਨਣਾ। ਜਿਵੇਂ ਨੂੰਹ ਆਈ ਹੈ, ਉਹ ਸਵੇਰੇ ਨਹਾਤੀ ਧੋਤੀ ਹੈ, ਆਪਣੀ ਸੱਸ ਨੂੰ ਮੱਥਾ ਟੇਕਦੀ ਹੈ ਸਤਿਕਾਰ। ਸੱਸ ਕਹਿੰਦੀ ਬੇਟਾ ਮੇਰਾ ਨਾ ਸਿਰ ਦੁਖਦਾ, ਥੋੜ੍ਹਾ ਸਿਰ ਘੁੱਟ ਦੇ। ਮਾਤਾ ਜੀ ਇਹ ਨਹੀਂ ਮੇਰੇ ਤੋਂ ਹੁੰਦਾ, ਜਾਓ ਦੇ ਤੇ। ਫਿਰ ਉਹਦੀ ਸਤਿ ਸ੍ਰੀ ਅਕਾਲ ਬੁਲਾਈ ਹੋਈ, ਮੱਥਾ ਟੇਕਿਆ ਵੀ ਐਵੇਂ ਹੀ ਗਿਆ। ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ। ਜਿਹੜਾ ਸਲਾਮ ਵੀ ਕਰਦਾ, ਨਮਸਕਾਰ ਵੀ ਕਰਦਾ, ਪਰ ਕੰਮ ਤੋਂ ਜਵਾਬ ਦਿੰਦਾ ਹੈ, ਉਹ ਤਾਂ ਕਦੇ ਸ਼ੁਰੂ ਤੋਂ ਗਲਤ ਹੈ।
ਉਹ ਪ੍ਰਵਾਨ ਨਹੀਂ ਹੋਇਆ ਕਦੇ ਨਜ਼ਰਾਂ 'ਚ। ਜਿੱਥੇ ਅਸੀਂ ਗੁਰੂ ਮਹਾਰਾਜ ਨੂੰ ਮੱਥਾ ਟੇਕਣਾ, ਉੱਥੇ ਗੁਰੂ ਮਹਾਰਾਜ ਦੀ ਗੱਲ ਵੀ ਮੰਨਣੀ। ਪਰ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਅਸੀਂ ਗੁਰੂ ਦੀ ਗੱਲ ਤਾਂ ਮੰਨਣੀ ਨਹੀਂ ਗਏ ਹੁੰਦੇ, ਅਸੀਂ ਤਾਂ ਗੁਰਦੁਆਰੇ ਗੁਰੂ ਤੋਂ ਆਪਣੀ ਗੱਲ ਮਨਾਉਣ ਜਾਂਦੇ ਹਾਂ। ਪੈਸਿਆਂ ਨਾਲ ਮੰਨਦਾ ਤਾਂ ਠੀਕ ਹੈ, ਅਖੰਡ ਪਾਠ ਸੁੱਖ ਕੇ ਮੰਨਦਾ ਤਾਂ ਠੀਕ ਹੈ, ਸੇਵਾ ਕਰਕੇ ਮੰਨਦਾ ਤਾਂ ਠੀਕ ਹੈ। ਗੱਲ ਤਾਂ ਆਪਣੀ ਮੰਨਣੀ, ਗੁਰੂ ਦੀ ਤਾਂ ਗੱਲ ਹੀ ਨਹੀਂ ਸੁਣਨੀ। ਜੇ ਸੁਣ ਲੈਣੀ ਹੈ, ਇੱਕ ਕੰਨੋਂ ਸੁਣਨੀ ਹੈ, ਦੂਜੇ ਕੰਨੋਂ ਕੱਢ ਦੇਣੀ। ਕੋਈ ਬੰਦਾ ਮਖੌਲੀ ਹੈ, ਅਸੀਂ ਕਹਿੰਦਾ ਪਰਮਾਤਮਾ ਕੋਈ ਕਮਲਾ ਹੈ, ਉਹਨੇ ਦੋ ਕੰਨ ਲਾਈ ਇਸੇ ਲਈ ਨੇ ਕਿ ਐਸ ਕੰਨੋਂ ਸੁਣੋ, ਦੂਜੇ ਕੰਨੋਂ ਕੱਢ ਦਿਓ। ਇਹ ਪੰਚਾਂ ਦਾ ਕਿਆ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ। ਕਿਹਦਾ ਪਰਨਾਲਾ ਸੀ? ਜਿਹਦੇ ਰਾਹੀਂ ਛੱਤ ਦਾ ਪਾਣੀ ਹੇਠਾਂ ਡਿੱਗਦਾ। ਉਹ ਜੇ ਹਵਾ ਚੱਲਦੀ ਸੀ, ਉਹ ਪਾਣੀ ਗੁਆਂਢੀਆਂ ਜਾ ਕੇ ਛਿੱਟੇ ਡਿੱਗਦੇ ਸਨ। ਉਹ ਗੁਆਂਢੀਆਂ ਨੇ ਜਾ ਕੇ ਸਰਪੰਚ ਨੂੰ ਕਿਹਾ ਕਿ ਭਾਈ ਇਹਨੂੰ ਕੋਈ ਪਰਨਾਲਾ ਕਿਤੇ ਹੋਰ ਲਾ ਲੈ। ਉਸ ਆਇਆ ਸਰਪੰਚ ਪੰਚ ਹੈ, ਕਰੀ ਕੋਈ ਨਹੀਂ ਹੋਰ ਲਾ ਲੈਣਾ ਜੀ, ਹੋਰ ਬਸ ਲਾ ਲੈਣਾ। ਲਾਇਆ ਹੀ ਨਹੀਂ ਉੱਥੇ। ਫਿਰ ਜਦੋਂ ਕੋਈ ਨਹੀਂ ਬਸ ਲਾ ਦੇਣਾ ਜੀ, ਉੱਥੇ ਰਿਹਾ। ਇਹ ਨਹੀਂ ਕਿ ਮੈਂ ਨਹੀਂ ਲਾਉਂਦਾ, ਪੰਚਾਂ ਕਾ ਸਿਰ ਮੱਥੇ ਤੇ ਪ੍ਰਵਾਨ ਕਰਨਾ, ਪਰਨਾਲਾ ਉੱਥੇ ਦਾ ਉੱਥੇ। ਉਹ ਗੱਲ ਸਾਡੀ ਹੈ। ਇਸ ਲਈ ਜੇ ਸਿੱਖ ਚਾਹੁੰਦਾ ਉਹ ਸੁਖੀ ਹੋਵੇ, ਫਿਰ ਉਹਨੂੰ ਗੁਰੂ ਮਹਾਰਾਜ ਦੀ ਗੱਲ ਮੰਨਣੀ ਪਏਗੀ, ਆਪਣੀ ਮਨਾਉਣ ਦੀ ਕੋਸ਼ਿਸ਼ ਨਹੀਂ ਕਰਨੀ। ਉਹਦੀ ਮੰਨਣੀ, ਉਹਨਾਂ ਦੀ ਮੰਨਣੀ ਗੁਰੂ ਮਹਾਰਾਜ ਦੀ ਗੱਲ। ਇਸ ਲਈ ਗੁਰੂ ਮਹਾਰਾਜ ਕਹਿੰਦੇ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ। ਜਿਹੜਾ ਗੁਰੂ ਦੀ ਸੇਵਾ ਕਰਦਾ ਉਹਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ। ਜਿਹੀ ਮਨਸਾ ਕਰ ਲੱਗ, ਜਿਹੋ ਜਿਹੀ ਇੱਛਾ ਰੱਖ ਕੇ ਗੁਰੂ ਦੀ ਸੇਵਾ ਕਰਨ ਲੱਗਦਾ, ਤੇਹਾ ਫਲ ਪਾਏ, ਉਹ ਜਿਹਾ ਫਲ ਮਿਲ ਜਾਂਦਾ ਹੈ। ਦੇਖੋ, ਆਮ ਮਨੁੱਖ ਦੀ ਕੋਈ ਨਾ ਕੋਈ ਇੱਛਾ ਹੁੰਦੀ ਤਾਂ ਜਾ ਕੇ ਗੁਰੂ ਘਰ ਦੀ ਸੇਵਾ ਕਰਦਾ। ਕੋਈ ਨਾ ਕੋਈ ਇੱਛਾ ਹੁੰਦੀ, ਉਹ ਤਾਂ ਲੱਖਾਂ 'ਚ ਇੱਕ ਅੱਧਾ ਹੁੰਦਾ ਹੋਊ ਵੀ ਜੇ ਕੋਈ ਇੱਛਾ ਹੀ ਨਾ ਹੋਵੇ, ਉਹ ਤਾਂ ਫਿਰ ਸੇਵਕ ਹੁੰਦਾ। ਸੇਵਕ ਸੇਵਾ ਬਣਾਏ। ਸੇਵਕ ਨੇ ਤਾਂ ਸੇਵਾ ਕਰਨੀ ਹੈ, ਉਹਦੇ ਬਦਲੇ ਨਹੀਂ ਕੁਛ ਮੰਗਣਾ, ਉਹਦੇ ਬਦਲੇ ਨਹੀਂ ਕੁਛ ਮੰਗਣਾ। ਪਰ ਆਪਾਂ ਜੇ ਪਾਠ ਕਰਦੇ ਹਾਂ, ਸੇਵਾ ਕਰਦੇ ਹਾਂ, ਤਾਂ ਉਹਦੇ ਮਗਰ ਸਾਡਾ ਸਵਾਰਥ ਹੁੰਦਾ। ਅਸੀਂ ਕੁਝ ਨਾ ਕੁਝ ਮੰਗਦੇ ਹਾਂ। ਗੁਰੂ ਮਹਾਰਾਜ ਜੀ ਕਹਿੰਦੇ ਜਿਹੀ ਮਨਸਾ ਕਰਨ ਲੱਗੇ, ਜਿਹੋ ਜਿਹੀ ਇੱਛਾ ਧਾਰ ਕੇ ਗੁਰੂ ਦੀ ਸੇਵਾ ਕਰਨ ਲੱਗਦਾ ਨਾ, ਤੇਹਾ ਫਲ ਪਾਏ, ਉਹ ਜਿਹਾ ਫਲ ਮਿਲ ਜਾਂਦਾ। ਆਪਦੀ ਇੱਛਾ ਪੂਰੀ ਹੋ ਜਾਂਦੀ। ਸਤਿਗੁਰ ਦਾਤਾ ਸਭਨਾ ਵਥੂ ਕਾ, ਵਥੂ ਦੇ ਵਸਤੂ ਚੀਜ਼। ਜੇ ਸਤਿਗੁਰੂ ਹੈ, ਇਹ ਹਰ ਇੱਕ ਚੀਜ਼ ਦੇਣ ਵਾਲਾ ਦਾਤਾ ਹੈ। ਪੂਰੇ ਭਾਗ ਮਿਲਾ ਬਣੇ। ਪਰ ਜਿਹੜਾ ਗੁਰੂ ਹੈ ਉਹ ਵੀ ਪੂਰੇ ਭਾਗਾਂ ਨਾਲ ਮਿਲਦਾ। ਬਦਕਿਸਮਤ ਨੂੰ ਤਾਂ ਗੁਰੂ ਹੀ ਨਹੀਂ ਮਿਲਦਾ ਹੈ। ਬਦਕਿਸਮਤ ਗੁਰੂ ਮਹਾਰਾਜ ਨਹੀਂ ਮਿਲਦਾ। ਪੂਰੇ ਭਾਗਾਂ ਨਾਲ ਗੁਰੂ ਨਾਲ ਮੇਲ ਹੁੰਦਾ। ਫਿਰ ਜੇ ਗੁਰੂ ਹੁੰਦਾ, ਇਹ ਹਰ ਇੱਕ ਚੀਜ਼ ਦਾ ਦਾਤਾ ਹੈ। ਇਹ ਮਨ ਮੈਲਾ, ਇਹਨੂੰ ਮੈਲਾ ਨਹੀਂ ਪੜ੍ਹ ਦੇਣਾ। ਲੱਲੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹੋ। ਪਹਿਲਾਂ ਸ਼ੁਰੂ 'ਚ ਸਾਡੇ 35 ਅੱਖਰ ਹੁੰਦੇ ਸਨ। ਫਿਰ ਜਦੋਂ ਉਰਦੂ ਫਾਰਸੀ ਆਮ ਆਈ, ਫਿਰ ਨਾ 5 ਅੱਖਰਾਂ ਦੇ ਹੇਠਾਂ ਬਿੰਦੀ ਲੱਗ ਗਈ। ਸੱਸਾ, ਖਖਾ, ਗੱਗਾ, ਜ਼ਜ਼ਾ, ਫਫਾ। ਸੱਸੇ ਦੇ ਪੈਰ 'ਚ ਬਿੰਦੀ ਲੱਗੀ ਸ਼, ਖੱਖੇ ਦੇ ਪੈਰ 'ਚ ਬਿੰਦੀ ਲੱਗੀ ਖ, ਗੱਗੇ ਦੇ ਪੈਰ 'ਚ ਬਿੰਦੀ ਲੱਗੀ ਗ। ਇਸ ਤਰ੍ਹਾਂ 5 ਅੱਖਰਾਂ ਦੇ ਹੇਠਾਂ ਬਿੰਦੀ ਲੱਗ ਗਈ। 40 ਹੋ ਗਏ। ਫਿਰ ਜਿਹੜਾ ਹੈ ਲੱਲੇ ਦੇ ਪੈਰ ਵੀ ਬਿੰਦੀ ਲਾਉਣੀ ਪਈ, ਕਿ ਉਹ ਗੋਲਾ ਅਤੇ ਗੋਲਾ। ਹੁਣ ਲਿਖਣਾ ਗੋਲਾ। ਜੇ ਆਪਾਂ ਗੱਗੇ ਨੂੰ ਹੋੜਾ ਲੱਲੇ ਨੂੰ ਕਰਾਂ, ਇਹ ਤਾਂ ਹੋ ਗਿਆ ਗੋਲਾ, ਅਤੇ ਗੋਲਾ ਉਹਦਾ ਨੌਕਰ। ਲਿਖਣਾ ਗੋਲਾ।
ਉਹ ਫਿਰ ਲੱਲੇ ਦੇ ਪੈਰ 'ਚ ਬਿਧੀ ਲਾਦੇ। ਇਸ ਤਰ੍ਹਾਂ ਹੋ ਗਏ 41। ਇਸ ਤਰ੍ਹਾਂ ਸਮੇਂ 'ਤੇ ਇਹ ਵਧਦੇ ਜਾਂਦੇ ਹੁੰਦੇ ਨੇ। ਇਸ ਲਈ ਜਿਹੜਾ ਹੈ ਜੇ ਲੱਲੇ ਦੇ ਪੈਰ ਬਿਧੀ ਨਹੀਂ ਲਾਓਗੇ ਫਿਰ ਤੁਸੀਂ ਪੜ੍ਹੋ ਮਨ ਮੈਲਾ। ਕਈ ਬੋਲਦੇ ਨੇ ਜਿਵੇਂ ਪਾਠ ਕਰਨਾ ਨਾ, ਉਹ ਮੈਲਾ ਬੋਲਦੇ ਨੇ। ਇਹ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੇ ਭਾਏ। ਤਟ ਤੀਰਥ ਦਸੰਤਰ ਭਵੈ ਅਹੰਕਾਰੀ। ਇਹਨੂੰ ਅਹੰਕਾਰੀ ਨਹੀਂ ਪੜ੍ਹਨਾ, ਉਹ ਹੰਕਾਰੀ ਦਾ ਵਿਰੋਧੀ ਸ਼ਬਦ ਹੋ ਜਾਏਗਾ। ਇਹਨੂੰ ਅਹੰਕਾਰੀ ਪੜ੍ਹਨਾ ਹੈ। ਸੰਸਕ੍ਰਿਤ ਦਾ ਸ਼ਬਦ ਹੈ, ਜਿਹਨੂੰ ਆਪਾਂ ਪੰਜਾਬੀ ਕਹਿੰਦੇ ਫਲਾਣਾ ਬੰਦਾ ਬੜਾ ਹੰਕਾਰੀ ਹੈ। ਅਹੰਕਾਰੀ। ਤਟ ਤੀਰਥ ਦਸੰਤਰ ਭਵੈ ਅਹੰਕਾਰੀ, ਹੋਰ ਵਧੇਰੇ ਹਉਮੈ ਮਲ ਲਾਵਣੇ। ਗੁਰੂ ਕਹਿੰਦੇ ਇਹ ਮਨ ਮੈਲਾ, ਇਹ ਮਨ ਮੈਲਾ ਹੈ। ਮਾੜੇ ਕੰਮ ਕਰ ਕਰਕੇ, ਮਾੜੇ ਵਿੱਚ ਸੋਚ ਸੋਚ ਕੇ ਮਨ ਮੈਲਾ ਹੋ ਗਿਆ। ਤਾਂ ਕਿ ਇਸ ਮਨ ਕੋ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆ। ਇਹ ਤਾਂ ਕਹਿੰਦੇ ਕਾਲਾ ਸ਼ਾਹ ਹੋ ਗਿਆ। ਹਰ ਜਨਮ ਲੱਗਦੀ ਗਈ ਮੈਂ, ਲੱਗਦੀ ਸੀ, ਭੈੜੇ ਕੰਮ ਕਰਦੇ ਗਏ, ਲੱਗਦੇ ਗਏ। ਹੁਣ ਮਨ ਮੈਲਾ ਹੈ, ਇਸ ਲਈ ਨਾਮ ਜਪਣ ਨੂੰ ਜੀ ਹੀ ਨਹੀਂ ਕਰਦਾ। ਕਹੀ ਜੋ ਜਿੰਨਾ ਮਰਜ਼ੀ ਭਾਈ ਬਾਣੀ ਪੜ੍ਹ ਲਿਆ ਕਰੋ, ਨਾਮ ਜਪੋ। ਅੰਦਰ ਮਨ 'ਚ ਮੈਲ ਹੈ, ਉਹ ਮੈਲ ਇਸ ਪਾਸੇ ਆਉਣੀ ਨਹੀਂ ਦਿੰਦੀ। ਇਹ ਮਨ ਮੈਲਾ ਇੱਕ ਨਾ ਧਿਆਏ। ਇਹ ਮਨ ਮੈਲਾ ਹੈ, ਇੱਕ ਪਰਮਾਤਮਾ ਨੂੰ ਧਿਆਉਂਦਾ ਹੀ ਨਹੀਂ। ਅੰਤਰ ਮੈਲ ਲੱਗੀ। ਹੁਣ ਅੰਦਰੋਂ ਮੈਲ ਕਿਉਂ ਲੱਗ ਗਈ? ਇਹ ਮਨ ਮੈਲਾ ਕਿਉਂ ਹੋ ਗਿਆ? ਬਹੁਤ ਦੂਜੇ ਭਾਏ। ਇਹ ਰੱਬ ਨੂੰ ਛੱਡ ਕੇ ਹੋਰਾਂ ਨੂੰ ਪਿਆਰ ਕਰਨ ਕਾਰਨ ਹੋ ਗਿਆ। ਆਮ ਸ਼ਬਦਾਂ ਦੂਜਾ ਮਾਇਆ ਲਈ ਵਰਤਿਆ ਜਾਂਦਾ। ਭਾਏ ਪਿਆਰ ਨੂੰ ਕਹਿੰਦੇ। ਮਾਇਆ ਨਾਲ ਬਹੁਤ ਪਿਆਰ ਹੋਣ ਕਰਕੇ ਇਹਦਾ ਮਨ ਮੈਲਾ ਹੋ ਗਿਆ, ਅਤੇ ਮਨ ਮੈਲਾ ਹੋਣ ਕਰਕੇ ਇਹ ਨਾਮ ਜਪਣ ਨੂੰ ਤਿਆਰ ਨਹੀਂ ਹੁੰਦਾ। ਤਟ ਤੀਰਥ ਦਸੰਤਰ ਭਵੈ ਅਹੰਕਾਰੀ। ਕੋਲ ਮਾਇਆ ਹੋਣ ਕਰਕੇ ਹੰਕਾਰ ਕਰਦਾ ਹੈ। ਕਹਿੰਦਾ ਵਿਚਾਰਾ ਤਟ ਦਰਿਆਵਾਂ ਦੇ ਕੰਢਿਆਂ 'ਤੇ, ਤੀਰਥਾਂ 'ਤੇ, ਦਸੰਤਰ ਦਸੇ ਦਿਸ਼ਾਵਾਂ 'ਚ ਭਵੈ ਭੌਂਦਾ ਫਿਰਦਾ ਹੈ। ਇਹ ਥਾਂ ਥਾਂ 'ਤੇ ਭਟਕ ਰਿਹਾ ਹੈ। ਬਜਾਏ ਮੈਲ ਲੈਣ ਦੇ ਹੋਰ ਵਧੇਰੇ ਹਉਮੈ ਮਲ ਲਾਵਣੇ, ਸਗੋਂ ਹੋਰ ਵੱਧ ਮੈਲ ਲਾ ਲੈਂਦਾ ਕਿ ਅੰਦਰ ਹਉਮੈ ਆ ਜਾਂਦੀ ਹੈ। ਮੈਂ ਇੰਨੇ ਤੀਰਥ ਇਸ਼ਨਾਨ ਕਰ ਲਏ, ਮੈਂ ਫਲਾਣੇ ਫਲਾਣੇ ਥਾਂ 'ਤੇ ਜਾਇਆ। ਉਹ ਦੱਸਦਾ ਫਿਰਦਾ ਲੋਕਾਂ ਨੂੰ। ਜੇ ਕੋਈ ਕਹੇ ਮੈਂ ਜੀ ਹਰ ਸਾਲ ਹੇਮਕੁੰਟ ਸਾਹਿਬ ਜਾਂਦਾ, ਮੈਨੂੰ 20 ਸਾਲ ਹੋ ਗਏ ਜਾਂਦਿਆਂ ਹੋਏ, ਵੀ ਲੋਕ ਬੱਲੇ ਬੱਲੇ ਬਈ ਬੜਾ ਔਖਾ ਹੈ ਹਰ ਸਾਲ ਜਾਣਾ। ਉਹ ਫਿਰ ਇਹ ਹਉਮੈ ਪੈਦਾ ਕਰਦਾ। ਉਹ ਹਉਮੈ ਫਿਰ ਨਾਲ ਮੈਲ ਲੱਗਦੀ ਹੈ। ਮਨ ਹੋਰ ਮੈਲਾ ਹੁੰਦਾ, ਅਤੇ ਮੈਲਾ ਮਨ ਨਾਮ ਜਪਣ ਨੂੰ ਤਿਆਰ ਨਹੀਂ ਹੁੰਦਾ। ਇਸ ਲਈ ਉਹ ਹਉਮੈ ਦੀ ਮੈਲ ਲਾਉਂਦਾ ਰਹਿੰਦਾ ਹੈ। ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੈ ਹਰ ਸਿਉ ਚਿਤ ਲਾਏ। ਹਰ ਨਿਰਮਲ ਸੱਚ ਮੈਲ ਨ ਲਾਗੈ, ਸੱਚ ਲਾਗੈ ਮੈਲ ਗਵਾਵਣਿਆ। ਸਤਿਗੁਰ ਸੇਵੇ ਤਾਂ ਮਲ ਜਾਏ। ਗੁਰੂ ਦੀ ਸੇਵਾ ਕਰਕੇ ਅੰਦਰੋਂ ਮਨ ਦੀ ਮੈਲ ਲੈਂਦੀ ਹੈ। ਕਿ ਜਦੋਂ ਗੁਰੂ ਦੀ ਸੇਵਾ ਕਰਦਾ, ਗੁਰੂ ਦੇ ਹੁਕਮ 'ਚ ਚੱਲਦਾ ਹੈ, ਮਾੜੇ ਕੰਮ ਸਾਰੇ ਛੱਡ ਹੀ ਦਿੰਦਾ ਹੈ, ਅਤੇ ਫਿਰ ਨਾਮ ਜਪਦਾ, ਹੌਲੀ ਹੌਲੀ ਮੈਲ ਲੈ ਜਾਂਦੀ ਹੈ। ਗੁਰੂ ਦੀ ਸੇਵਾ ਕਰਦਾ, ਫਿਰ ਅੰਦਰੋਂ ਮਾਲ ਲੈ ਜਾਂਦੀ ਹੈ। ਜੀਵਤ ਮਰੈ ਹਰ ਸਿਉ ਚਿਤ ਲਾਏ। ਜੀਵਤ ਮਰਨ ਦਾ ਮਤਲਬ ਹੈ ਹੰਕਾਰ ਛੱਡ ਦੇਣਾ, ਆਪਣੇ ਅੰਦਰੋਂ ਹੰਕਾਰ ਛੱਡ ਦੇਣਾ। ਇਹ ਸਭ ਤੋਂ ਔਖਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇਖੋ ਸਭ ਤੋਂ ਅਖੀਰ 'ਤੇ ਹੁੰਦਾ, ਕਿਉਂਕਿ ਸਭ ਤੋਂ ਔਖਾ ਹੈ, ਸਭ ਤੋਂ ਔਖਾ ਹੈ।
ਸਾਨੂੰ ਛੋਟੀ ਛੋਟੀ ਗੱਲਾਂ 'ਤੇ ਹੰਕਾਰ ਹੋ ਜਾਂਦਾ ਹੈ, ਕਿਉਂਕਿ ਅਸੀਂ ਉਸ ਵੇਲੇ ਭੁੱਲ ਜਾਂਦੇ ਹਾਂ ਕਿ ਜਿਸ ਗੱਲ 'ਤੇ ਅਸੀਂ ਅਹੰਕਾਰ ਕਰ ਰਹੇ ਹਾਂ ਉਹ ਤਾਂ ਪਰਮਾਤਮਾ ਦੇ ਦਿੱਤਾ ਹੋਇਆ ਗੁਣ ਹੈ। ਕੋਈ ਆਪਣੇ ਗਿਆਨ 'ਤੇ ਹੰਕਾਰ ਕਰ ਰਿਹਾ, ਗਿਆਨ 'ਤੇ ਪਰਮਾਤਮਾ ਨੇ ਤੁਹਾਨੂੰ ਤੇਰੇ ਅੰਦਰ ਯੋਗਤਾ ਪੈਦਾ ਕੀਤੀ ਹੈ। ਕੋਈ ਆਪਣੇ ਦਿਮਾਗ 'ਤੇ ਹੰਕਾਰ ਕਰੇ ਤੇ ਪਰਮਾਤਮਾ ਦਿੱਤਾ ਹੋਇਆ। ਕੋਈ ਰਾਜ ਭਾਗ 'ਤੇ ਹੰਕਾਰ ਕਰ ਰਿਹਾ ਹੈ, ਇਹ ਸਦਾ ਨਹੀਂ ਰਹਿਣਾ ਹੁੰਦਾ। ਇਸ ਲਈ ਜਿਹੜੀ ਚੀਜ਼ ਸਦਾ ਨਹੀਂ ਰਹਿਣੀ ਉਹਦੇ 'ਤੇ ਕਾਹਦਾ ਹੰਕਾਰ ਕਰਨਾ। ਜੀਵਤ ਮਰੇ, ਇਸ ਲਈ ਜਿਉਂਦਿਆਂ ਹੋਇਆਂ ਜਿਹੜਾ ਬੰਦਾ ਹੰਕਾਰ ਛੱਡ ਦਿੰਦਾ ਨਾ, ਹਰ ਸਿਉ ਚਿਤ ਲਾਏ, ਫਿਰ ਪਰਮਾਤਮਾ ਦੇ ਨਾਲ ਚਿਤ ਲਾਉਂਦਾ। ਹਰ ਨਿਰਮਲ ਸੱਚ ਮੈਲ ਨਾ ਲਾਗੇ। ਹਰੀ ਤੇ ਨਿਰਮਲ ਹੈ, ਹਰੀ ਤੇ ਸੱਚ ਹੈ, ਉਹਨੂੰ ਮੈਲ ਲੱਗ ਹੀ ਨਹੀਂ ਸਕਦੀ। ਸੱਚ ਲਾਗੇ ਮੈਲ ਗਵਾਵਣੇ। ਅਤੇ ਜਿਹੜਾ ਸੱਚ ਨਾਲ ਜੁੜ ਜਾਵੇਗਾ, ਜਿਹੜਾ ਪਰਮਾਤਮਾ ਨਾਲ ਜੁੜ ਜਾਵੇਗਾ, ਮੈਲ ਗਵਾਵਣੇ, ਉਹ ਆਪਣੀ ਮੈਲ ਖਤਮ ਕਰ ਲਏਗਾ। ਉਹ ਖਤਮ ਕਰ ਲਏਗਾ। ਪਰਮਾਤਮਾ ਨੂੰ ਮੈਲ ਨਹੀਂ ਲੱਗਦੀ। ਇਸ ਲਈ ਜਿਹਨੂੰ ਮੈਲ ਲੱਗੀ ਹੋਵੇ ਉਹ ਪਰਮਾਤਮਾ ਨਾਲ ਜੁੜ ਜਾਓ, ਉਹਦਾ ਨਾਮ ਜਪੋ, ਹੌਲੀ ਹੌਲੀ ਅੰਦਰ ਮੈਲ ਲੈ ਜਾਏਗੀ। ਬਾਝ ਗੁਰੂ ਹੈ ਅੰਧ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ। ਵਿਸ਼ਟਾ ਸੱਸੇ ਪੈਰ ਬਿੱਧੀ ਲਾ ਕੇ ਬੋਲਣਾ। ਇਹ ਹਿੰਦੀ ਦਾ ਸ਼ਬਦ ਹੈ ਵਿਸ਼ਟਾ, ਵਾਵੇ ਨਾਲ। ਉਹ ਤਾਂ ਗੁਰਬਾਣੀ ਬੱਬੇ ਨਾ ਬਣਾ ਲਿਆ ਗਿਆ। ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੇਂ, ਫਿਰ ਬਿਸ਼ਟਾ ਮਾਹੇ ਪਚਾ ਬਣਿਆ। ਕਹਿੰਦੇ ਬਾਝ ਗੁਰੂ ਹੈ ਅੰਧ ਗੁਬਾਰਾ, ਅੰਧ ਗੁਬਾਰਾ ਕੁੱਪ ਹਨੇਰ। ਗੁਰੂ ਤੋਂ ਬਿਨਾਂ ਅੰਦਰ ਕੁੱਪ ਹਨੇਰ ਹੈ। ਜਿਵੇਂ ਕੁੱਪ ਹਨੇਰਾ ਆਵੇ, ਹੱਥ ਨੂੰ ਹੱਥ ਨਹੀਂ ਦਿਸਦਾ, ਕਿਉਂਕਿ ਇਹ ਜਿਹੜੀ ਅੱਖਾਂ ਨੇ ਇਹ ਚਾਨਣ 'ਚ ਕੰਮ ਕਰਦੀਆਂ, ਇਹ ਹਨੇਰੇ 'ਚ ਨਹੀਂ ਕੰਮ ਕਰਦੀਆਂ। ਸਾਡੀਆਂ ਅੱਖਾਂ ਚਾਨਣ 'ਚ ਕੰਮ ਕਰਦੀਆਂ, ਇਹ ਹਨੇਰੇ 'ਚ ਨਹੀਂ ਕਰਦੀਆਂ। ਜੇ ਕਿਤੇ ਹਨੇਰੇ 'ਚ ਕੰਮ ਕਰਦੀਆਂ ਤਾਂ ਸਾਨੂੰ ਰਾਤ ਨੂੰ ਚਾਨਣ ਦੀ ਲੋੜ ਹੀ ਨਹੀਂ ਸੀ। ਜਿਵੇਂ ਦਿਨੇ ਸਾਨੂੰ ਚਾਨਣ ਦੀ ਲੋੜ ਨਹੀਂ ਹੁੰਦੀ, ਫਿਰ ਸਾਨੂੰ ਰਾਤ ਨੂੰ ਵੀ ਚਾਨਣ ਦੀ ਲੋੜ ਨਾ ਪੈਂਦੀ। ਅੱਖਾਂ ਚਾਨਣ ਦੇ ਵਿੱਚ ਹੀ ਕੰਮ ਕਰਦੀਆਂ, ਹਨੇਰੇ 'ਚ ਨਹੀਂ ਕਰਦੀਆਂ। ਇਸ ਲਈ ਕਹਿੰਦੇ ਗੁਰੂ ਤੋਂ ਬਿਨਾਂ ਅੰਦਰ ਕੁੱਪ ਹਨੇਰਾ ਹੈ, ਅਗਿਆਨਤਾ ਹੈ। ਅਗਿਆਨਤਾ ਨੂੰ ਹਨੇਰਾ ਕਿਹਾ ਗਿਆ। ਅਗਿਆਨੀ ਅੰਧਾ ਅੰਧ ਅੰਧਾਰਾ, ਅਤੇ ਗਿਆਨੀ ਦੇ ਅੰਨ ਅਗਿਆਨੀ ਹੈ ਇਸ ਲਈ ਅੰਨਾ ਹੈ। ਅੰਦਰ ਹਨੇਰਾ ਹੀ ਹਨੇਰਾ ਹੈ। ਗਿਆਨ ਨੇ ਚਾਨਣ ਕਰਨਾ ਸੀ, ਗਿਆਨ ਨੇ ਸਾਨੂੰ ਦੱਸਣਾ ਸੀ ਐਂ ਜੀਵਨ ਜਿਉਂ, ਐ ਨਾ ਜਿਉਂ। ਗਿਆਨ ਹੀ ਨਹੀਂ ਅਤੇ ਜੀਵਨ ਜਿਉਣਾ ਹੀ ਨਹੀਂ ਆਉਂਦਾ ਹੁੰਦਾ। ਤਾਂ ਹੀ ਜਿਹਨੇ ਜੀਵਨ ਜਿਉਣ ਦੀ ਜਾਚ ਸਿੱਖਣੀ ਉਹਨੂੰ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਪਏਗਾ। ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ, ਇਹ ਚੱਜ ਆਚਾਰ ਸਿਖਾਉਂਦੀ ਹੈ। ਹੁਣ ਦਰਵਾਜ਼ੇ ਦੇ ਉੱਤੇ ਲਿਖਿਆ ਮੋਟੇ ਅੱਖਰਾਂ 'ਚ ਕਿ ਅੰਦਰ ਆਉਣ ਤੋਂ ਪਹਿਲਾਂ ਮੂੰਹ ਢੱਕ ਕੇ ਅੰਦਰ ਆਓ। ਨਾ, ਉਸ ਰਾਈ ਵੀ ਦੱਸੋ ਉਹ ਕਾਹਦੀ ਲਿਖਿਆ? ਉਹ ਫਾਰਮੈਲਿਟੀ ਕੋਈ ਲਿਖਿਆ ਕਿ ਅੰਦਰ ਆਉਣ ਤੋਂ ਪਹਿਲਾਂ ਮੂੰਹ ਢੱਕ ਕੇ ਆਓ। ਸਾਡੇ ਪਾਠੀ ਪੜ੍ਹ ਕਰ ਰਹੇ ਨੇ, ਬਾਹਰੋਂ ਕੋਈ ਆਇਆ ਮੱਥਾ ਟੇਕਣ, ਉਹ ਨੰਗੇ ਮੂੰਹ ਅੰਦਰ ਚਲਿਆ ਗਿਆ। ਹੋ ਸਕਦਾ ਉਹਨਾਂ ਲਈ ਕੋਈ ਮੁਸੀਬਤ ਖੜੀ ਕਰ ਆਵੇ। ਲਿਖਿਆ ਦਰਵਾਜ਼ੇ 'ਤੇ ਮੋਟਰਾ ਕਰਕੇ ਕਿ ਭਾਈ ਅੰਦਰ ਮੂੰਹ ਢੱਕ ਕੇ ਜਾਓ। ਫਿਰ ਮੰਨਣਾ, ਜੇ ਮੰਨਣਾ ਹੀ ਨਹੀਂ ਤਾਂ ਉਸ ਗਿਆਨ ਨੂੰ ਕੀ ਕਰਨਾ? ਜਿਵੇਂ ਇੱਕ ਬੰਦਾ ਪਿਸ਼ਾਬ ਕਰੇ ਕੰਧ ਦੇ ਨਾਲ, ਇੱਕ ਕਹਿੰਦਾ ਓਏ ਆਦੇ ਕੰਧ ਲਿਖਿਆ ਇੱਥੇ ਕੁੱਤਾ ਪਿਸ਼ਾਬ ਕਰ ਰਿਹਾ, ਅਤੇ ਕੋਈ ਕਹਿੰਦਾ ਮੈਂ ਕਿਹੜਾ ਕੁੱਤਾ, ਕਹਿੰਦਾ ਮੈਂ ਕਿਹੜਾ ਕੁੱਤਾ। ਸੋ ਇਹ ਹਾਲ ਮਨੁੱਖ ਦਾ ਹੈ, ਇਹ ਢੀਠ ਹੋ ਚੁੱਕਾ ਹੈ। ਇਸੇ ਗੁਰੂ ਤੋਂ ਬਿਨਾਂ ਕੁੱਪ ਹਨੇਰਾ ਹੈ।
ਮਨੁੱਖ ਅਗਿਆਨੀ ਹੈ, ਇਹ ਅੰਨਾ ਹੈ। ਅੰਨੇ ਕਾਰਨ ਅੰਦਰ ਹਨੇਰਾ ਹੀ ਹਨੇਰਾ, ਅੰਧ ਅੰਧਾਰਾ। ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੇਂ। ਜਿਹੜੇ ਗੰਦਗੀ ਦੇ ਕੀੜੇ ਹੁੰਦੇ ਨੇ ਉਹ ਗੰਦੇ ਹੀ ਕੰਮ ਕਰਦੇ ਨੇ, ਕਿਉਂਕਿ ਗੰਦਗੀ ਦੇ ਵਿੱਚ ਵੀ ਕੀੜੇ ਹੁੰਦੇ ਨੇ। ਉਹ ਗੰਦਗੀ ਦੇ ਵਿੱਚ ਹੀ ਪੈਦਾ ਹੋਏ, ਉਹ ਬਾਹਰੋਂ ਨਹੀਂ ਆਏ। ਉਹ ਗੰਦਗੀ ਦੇ ਵਿੱਚ ਹੀ ਪੈਦਾ ਹੋਏ, ਸਾਰੀ ਉਮਰ ਗੰਦਗੀ ਹੀ ਖਾਂਦੇ ਰਹਿੰਦੇ ਹਨ, ਗੰਦਗੀ ਦੇ ਵਿੱਚ ਹੀ ਰਹਿੰਦੇ ਨੇ ਅਤੇ ਗੰਦਗੀ ਦੇ ਵਿੱਚ ਹੀ ਮਰ ਜਾਂਦੇ ਹਨ। ਜਿਵੇਂ ਕਈ ਲੋਕ ਨੇ ਗਰੀਬੀ 'ਚ ਪੈਦਾ ਹੋਏ, ਸਾਰੀ ਉਮਰ ਗਰੀਬ ਰਹਿੰਦੇ ਨੇ ਅਤੇ ਗਰੀਬੀ ਵਿੱਚ ਹੀ ਮਰ ਜਾਂਦੇ ਹਨ। ਇਸ ਤਰ੍ਹਾਂ ਕਈ ਲੋਕ ਇਹ ਗੰਦਗੀ 'ਚ ਪੈਦਾ ਹੁੰਦੇ ਨੇ, ਫਿਰ ਗੰਦੇ ਕੰਮ ਕਰਦੇ ਨੇ, ਫਿਰ ਵਿਸ਼ਟਾ ਮਾਹੇ ਪਚਾਵਣੇ। ਇਸ ਗੰਦਗੀ ਦੇ ਵਿੱਚ ਹੀ ਗਲ ਸੜ ਜਾਂਦੇ ਹਨ। ਪਚਾਵਣ ਦੇ ਗਲ ਸੜ ਜਾਂਦੇ। ਭਾਵ ਜੀਵਨ ਚੱਜਦਾ ਹੈ ਹੀ ਨਹੀਂ। ਕੁਚੱਜੇ ਪੈਦਾ ਹੋਏ, ਕੁਚੱਜੇ ਹੀ ਰਹੇ ਅਤੇ ਕੁਚੱਜੇ ਹੀ ਮਰ ਗਏ। ਕੋਈ ਚੱਜ ਜ਼ਿੰਦਗੀ 'ਚ ਆ ਕੇ ਸਿੱਖੇ ਹੀ ਨਹੀਂ ਹੈ। ਅੰਦਰ ਕੋਈ ਭਾਵਨਾ ਹੀ ਨਹੀਂ ਪੈਦਾ ਹੋਈ ਕਿ ਮੈਂ ਵਧੀਆ ਇਨਸਾਨ ਬਣਾ ਨੂੰ। ਬਸ ਉਸੇ ਤਰ੍ਹਾਂ ਹੀ ਜਿਵੇਂ ਸ਼ਰਾਬੀ ਕਬਾਬੀ ਲੋਕ ਨੇ, ਇਹਨਾਂ ਨੂੰ ਸੋਝੀ ਕੋਈ ਨਹੀਂ। ਇੱਕ ਗਰੀਬ ਹੈ, ਉਹ ਤੋਂ ਨਸ਼ੇ ਕਰ ਰਿਹਾ ਹੈ। ਭਲਿਆ ਮਾਨਸਾ, ਤੁਹਾਡੀ ਗਰੀਬੀ ਕਿਵੇਂ ਦੂਰ ਹੋਵੇਗੀ? ਅਤੇ ਉਹਨੂੰ ਸੋਝੀ ਹੀ ਨਹੀਂ ਹੈ। ਇਹੋ ਜਿਹੇ ਜੇ ਤੁਸੀਂ ਪੈਸੇ ਦੇ ਦੋਗੇ, ਉਹਨੇ ਪੈਸਿਆਂ ਨਾਲ ਘਰ ਦਾ ਕੁਛ ਨਹੀਂ ਸਵਾਰਨਾ, ਉਹ ਸ਼ਰਾਬ ਪੀ ਵੀ ਜਾਏਗਾ, ਪੈਸੇ ਕਰ ਦੇ ਕੁਛ। ਇਸ ਲਈ ਸ਼ਰਾਬੀ ਬੰਦੇ ਦੀ ਮਦਦ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਜਦੋਂ ਪਿਛਲੇ ਸਾਲ ਲਾਕਡਾਊਨ ਲੱਗਾ ਹੋਇਆ, ਸਭ ਕੁਝ ਬੰਦ ਹੋ ਗਿਆ ਹੈ, 5 ਬੀਬੀਆਂ ਮੇਰੇ ਕੋਲ ਆ ਗਈਆਂ, ਬਾਬਾ ਜੀ ਸਾਡੀ ਕੋਈ ਸਹਾਇਤਾ ਕਰੋ। ਮੈਂ ਆ ਜਾਓ ਪਈ ਕਰਦੇ ਨੇ ਸਹਾਇਤਾ। ਮੈਂ ਬਰਾਂਡੇ 'ਚ ਹੀ ਬੈਠਾ ਸੀ, ਅੰਦਰ ਆ ਗਈ। ਅੱਛਾ, ਮੈਂ ਬਈ ਸੱਚ, ਤੁਸੀਂ ਗੁਰਦੁਆਰੇ ਖੜ੍ਹੇ ਹੋ, ਸੱਚੋ ਸੱਚ ਦੱਸਿਓ, ਕਿਹਦਾ ਘਰ ਵਾਲਾ ਸ਼ਰਾਬ ਪੀਂਦਾ? 4 ਨੇ ਕਿਹਾ ਜੀ ਮੇਰੇ ਘਰ ਵਾਲਾ ਸ਼ਰਾਬ ਪੀਂਦਾ। ਮੈਂ ਤੁਸੀਂ ਇੱਕ ਪਾਸੇ ਹੋ ਜਾਓ। ਇੱਕ ਨੂੰ ਮੈਂ ਕਿਹਾ ਤੇਰਾ ਘਰ ਵਾਲਾ ਨਹੀਂ ਪੀਂਦਾ? ਕਿ ਨਹੀਂ ਪੀਂਦਾ। ਮੈਂ ਕੀ ਕਰਦੇ? ਕਿ ਦਿਹਾੜੀ ਕਰਦਾ। ਅੱਛਾ, ਮੈਂ ਤੁਹਾਡੇ ਬੱਚੇ ਕਿਹੜੇ ਸਕੂਲ 'ਚ ਪੜ੍ਹਦੇ ਨੇ? ਉਹਨੇ ਸਕੂਲ ਦਾ ਨਾਮ ਲਿਆ, ਉਹ ਸੀ ਅੰਗਰੇਜ਼ੀ ਸਕੂਲ। ਹੁਣ ਅੰਗਰੇਜ਼ ਸਕੂਲਾਂ ਦੀ ਫੀਸ ਬਹੁਤ ਹੁੰਦੀ ਹੈ। ਮੈਂ ਕਿਹਾ ਬੀਬੀ, ਜਿਹਦੇ ਬੱਚੇ ਅੰਗਰੇਜ਼ੀ ਸਕੂਲ 'ਚ ਪੜ੍ਹਦੇ ਨੇ ਉਹ ਗਰੀਬ ਹੁੰਦਾ ਹੀ ਨਹੀਂ, ਇਸ ਲਈ ਤੇਰੀ ਸਹਾਇਤਾ ਨਹੀਂ ਕੀਤੀ ਜਾ ਸਕਦੀ। ਆਹ 4 ਦੇ ਘਰ ਵਾਲੇ ਸ਼ਰਾਬ ਪੀਂਦੇ ਨੇ, ਜੇ ਮੈਂ ਇਹਨਾਂ ਦੀ ਸਹਾਇਤਾ ਕਰਾਂਗਾ, ਉਹਨਾਂ ਨੇ ਇਹਨਾਂ ਤੋਂ ਪੈਸੇ ਖੋਹ ਕੇ ਸ਼ਰਾਬ ਪੀ ਜਾਣੀ। ਇਸ ਲਈ ਤੁਸੀਂ ਪੰਜੇ ਦੀ ਪੰਜੇ ਜਾਓ, ਮੁੜ ਜੀ। ਫਾਇਦੇ ਹੀ ਕੋਈ ਨਹੀਂ ਪੈਸੇ ਦੇਣ। ਕਿਉਂ? ਉਸ ਪੈਸੇ ਦੀ ਸਹੀ ਵਰਤੋਂ ਹੀ ਨਹੀਂ ਕਰਨੀ ਲੋਕਾਂ ਨੇ। ਸਹਾਇਤਾ ਵੀ ਉਹਦੀ ਕਰੀਦੀ ਹੈ ਜਿਸ ਨੇ ਉਸ ਸਹਾਇਤਾ ਨਾਲ ਕੋਈ ਆਪਣਾ ਜੀਵਨ ਸੁਆਰਨਾ ਹੋ। ਸੋ ਸੋਝੀ ਕੋਈ ਨਹੀਂ। ਗੰਦਗੀ ਦੇ ਕੀੜਿਆਂ ਵਾਂਗੂ ਸਾਰੀ ਉਮਰ ਰਹੀ ਜਾਣਾ, ਉੱਥੇ ਹੀ ਗੰਦਗੀ ਮਰ ਮੁਰ ਜਾਣਾ ਹੈ। ਪਟਿਆਲੇ 'ਚ ਵੀ ਕੁਝ ਇਲਾਕੇ ਮੈਂ ਦੇਖੇ ਨੇ ਜਿਹੜੇ ਅਤੀ ਗੰਦੇ ਨੇ। ਉਹ ਗਲੀਆਂ ਦੇ ਵਿੱਚ ਲੰਘਣ ਨੂੰ ਚਿੱਤ ਨਹੀਂ ਕਰਦਾ। ਜੋ ਆ ਕਾਲੇ ਕਲੂਟੇ ਨੇ, ਸਿਰ ਦੇ ਵਾਲ ਖਿੰਡੇ ਹੋਏ ਹਨ, ਪਤਾ ਨਹੀਂ ਕਿੰਨੇ ਕਿੰਨੇ ਦਿਨਾਂ ਦੇ ਨਹਾਤੇ ਨੇ ਉਹ ਲੋਕ, ਰਹਿ ਰਹੇ ਨੇ, ਪਰ ਉਂਝ ਸ਼ਰਾਬ ਪੀ ਰਹੇ ਨੇ। ਜੇ ਦਿਨੇ ਕਮਾਈ ਕਰਨੀ ਹੈ, ਸ਼ਾਮ ਨੂੰ ਸ਼ਰਾਬਾਂ ਪੀ ਲੈਣੀ ਹੈ। ਇਸ ਲਈ ਉਹ ਕੀ ਗਰੀਬ ਹੀ ਪੈਦਾ ਹੋਏ, ਗਰੀਬ ਹੀ ਰਹਿਣਗੇ, ਗਰੀਬੀ ਦੇ ਵਿੱਚ ਹੀ ਮਰ ਜਾਣਗੇ। ਕਿਉਂ? ਜੀਵਨ ਜਾਚ ਹੀ ਨਹੀਂ ਆਉਂਦੀ, ਜੀਵਨ ਜਿਉਣਾ ਕਿਵੇਂ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਮੁਕਤੇ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸ਼ਬਦੇ ਖੋਵੈ, ਅਣ ਦਿਨ ਹਰ ਜੀਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਓ। ਮੁਕਤੇ ਸੇਵੇ ਮੁਕਤਾ ਹੋਵੇ। ਜੋ ਮੁਕਤ ਹੈ, ਜਿਹੜਾ ਉਹਦੀ ਸੇਵਾ ਕਰਦੇ, ਉਹ ਆਪ ਵੀ ਮੁਕਤ ਹੋ ਜਾਂਦਾ ਹੈ।
ਅਸੀਂ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨਾਂ 'ਚ ਹੋਣ ਕਰ ਗੁਲਾਮ ਹਾਂ। ਸਾਡੀ ਸੇਵਾ ਕਰਕੇ ਉਹ ਵੀ ਗੁਲਾਮ ਹੋ ਜਾਏਗਾ। ਜਿਹੜੇ ਮੁਕਤ ਨੇ, ਜਿਹੜੇ ਨਿਰਲੇਪ ਨੇ, ਜਿਨ੍ਹਾਂ 'ਤੇ ਬੁਰਾਈਆਂ ਦਾ ਕੋਈ ਅਸਰ ਨਹੀਂ ਹੈ, ਇਹੋ ਜਿਹੀ ਸੇਵਾ ਕਰਕੇ ਹੀ ਬੰਦਾ ਬੁਰਾਈਆਂ ਤੋਂ ਰਹਿਤ ਹੋ ਸਕਦਾ ਹੈ। ਕਿਉਂਕਿ ਜੈਸਾ ਸੇਵੇ ਤੈਸਾ ਹੋਵੇ। ਜਿਹੋ ਜਿਹਾ ਬੰਦੇ ਸੇਵਾ ਬੰਦਾ ਕਰਦਾ, ਉਹੋ ਜਿਹਾ ਸਮਾਂ ਪਾ ਕੇ ਹੋ ਜਾਂਦਾ। ਸੋ ਮੁਕਤੇ ਸੇਵੇ ਮੁਕਤਾ ਹੋਵੇ। ਫਿਰ ਹੋਰ ਕੀ ਕਰਦਾ? ਹਉਮੈ ਮਮਤਾ ਸ਼ਬਦੇ ਖੋਵੇ। ਉਹ ਨਾਮ ਜਪ ਜਪ ਕੇ ਆਪਣੇ ਅੰਦਰ ਹਉਮੈ ਅਤੇ ਮਾਇਆ ਦਾ ਮਮਤਾ, ਮਾਇਆ ਦਾ ਮੋਹ ਖਤਮ ਕਰ ਦਿੰਦਾ, ਖੋਵੇ ਨੇ ਖਤਮ ਕਰ ਦਿੰਦਾ। ਉਹ ਨਾਮ ਜਪ ਜਪ ਕੇ ਆਪਣੇ ਅੰਦਰ ਹਉਮੈ ਅਤੇ ਮਾਇਆ ਦਾ ਮੋਹ ਖਤਮ ਕਰ ਲੈਂਦਾ। ਅਣ ਦਿਨ ਹਰਿ ਜੀਉ ਸੱਚਾ ਸੇਵੀ। ਜਿਹੜਾ ਦਿਨ ਰਾਤ ਪਰਮਾਤਮਾ ਦੀ ਸੇਵਾ ਕਰਦਾ, ਪਰਮਾਤਮਾ ਦਾ ਸਿਮਰਨ ਕਰਦਾ, ਪੂਰੇ ਭਾਗ ਗੁਰ ਪਾਵਨੇ। ਉਹ ਪੂਰੇ ਭਾਗਾਂ ਨਾਲ ਉਹਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਬਦਕਿਸਮਤ ਤਾਂ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਜਦੋਂ ਪੂਰੇ ਭਾਗਾਂ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਨਾ, ਫਿਰ ਦਿਨ ਰਾਤ ਹਰੀ ਦਾ ਸਿਮਰਨ ਕਰਦਾ। ਕਿਉਂਕਿ ਹਰੀ ਦਾ ਸਿਮਰਨ ਤੇ ਗੁਰੂ ਦੀ ਪ੍ਰਾਪਤੀ ਤੋਂ ਬਾਅਦ ਹੁੰਦਾ। ਗੁਰੂ ਮਹਾਰਾਜ ਸਾਨੂੰ ਗੁਰਮੰਤਰ ਦਿੰਦੇ ਨੇ, ਫਿਰ ਅਸੀਂ ਗੁਰਮੰਤਰ ਦਾ ਦਿਨ ਰਾਤ ਜਾਪ ਕਰਦੇ ਹਾਂ। ਸੋ ਗੁਰੂ ਵੀ ਪੂਰੇ ਭਾਗਾਂ ਨਾਲ ਮਿਲਦਾ ਹੈ। ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ। ਸੱਚੈ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾਵਣੇ। ਪਰਮਾਤਮਾ ਆਪ ਹੀ ਜੀਵ ਨੂੰ ਬਖਸ਼ਦਾ, ਆਪੇ ਬਖਸ਼ੇ ਮੇਲ ਮਿਲਾਏ। ਫਿਰ ਜਿਸ ਜੀਵ ਨੂੰ ਬਖਸ਼ਦਾ ਹੈ, ਉਹਨੂੰ ਪਹਿਲਾਂ ਗੁਰੂ ਨਾਲ ਮਿਲਾਉਂਦਾ ਹੈ, ਫਿਰ ਗੁਰੂ ਰਾਹੀਂ ਆਪਣੇ ਨਾਲ ਮਿਲਾਉਂਦਾ ਹੈ। ਮੇਲ ਮਿਲਾਏ, ਮੇਲ ਕੇ ਆਪਣੇ ਨਾਲ ਮਿਲਾਉਂਦਾ ਹੈ। ਪਰ ਪਹਿਲਾਂ ਜੀਵ ਦਾ ਮੇਲ ਗੁਰੂ ਨਾਲ ਕਰਾਉਂਦਾ ਹੈ, ਫਿਰ ਗੁਰੂ ਦੇ ਰਾਹੀਂ ਆਪਣੇ ਨਾਲ ਮਿਲਾਉਂਦਾ ਹੈ। ਕਿਸ ਨੂੰ? ਜਿਸ ਨੂੰ ਪਰਮਾਤਮਾ ਬਖਸ਼ ਦਿੰਦਾ। ਵੀ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਪਿਛਲੇ ਔਗਣ ਬਖਸ਼ ਦਿੰਦਾ। ਜੇ ਕੋਈ ਸੱਚੇ ਦਿਲੋਂ ਤੋਬਾ ਕਰਦੇ ਤਾਂ ਚਾਹੇ ਗੁਰੂ ਮਹਾਰਾਜ ਚਾਹੇ ਪਰਮਾਤਮਾ ਉਹਨੂੰ ਬਖਸ਼ ਦਿੰਦੇ ਵੀ ਅੱਛਾ ਪਏ। ਪੂਰੇ ਗੁਰ ਤੇ ਨਾਮ ਨਿਧ ਪਾਏ। ਉਹ ਪੂਰੇ ਨਾਮ ਨੂੰ ਨਿਧ ਖਜ਼ਾਨਾ ਕਿਹਾ ਗਿਆ ਹੈ। ਹਿੰਦੀ ਨਿਧੀ ਕਹਿੰਦੇ ਨੇ, ਆਪਾਂ ਗੁਰਬਾਣੀ ਅਨੁਸਾਰ ਨਿਧ ਬੋਲਦੇ ਹਾਂ। ਲਿਖਿਆ ਹੈ ਨਿਧੀ, ਹਿੰਦੀ ਅਨੁਸਾਰ ਹੀ ਹੈ, ਸਪੈਲਿੰਗ ਹਿੰਦੀ ਅਨੁਸਾਰ ਹੀ ਨੇ। ਨਿਧ ਖਜ਼ਾਨੇ ਨੂੰ ਕਹਿੰਦੇ। ਪੂਰੇ ਗੁਰੂ ਤੋਂ ਨਾਮ ਰੂਪੀ ਖਜ਼ਾਨਾ ਪ੍ਰਾਪਤ ਹੁੰਦਾ। ਸੱਚਾ ਨਾਮ ਸਦਾ ਮਨ ਸੱਚਾ। ਪਰਮਾਤਮਾ ਦੇ ਨਾਮ ਨਾਲ ਫਿਰ ਇਹ ਮਨ ਵੀ ਸੱਚਾ ਹੋ ਜਾਂਦਾ ਹੈ। ਕਿਉਂਕਿ ਪਰਮਾਤਮਾ ਸੱਚਾ ਹੈ। ਜਦੋਂ ਅਸੀਂ ਉਹਦਾ ਨਾਮ ਜਪੀ ਜਾਂਦੇ ਹਾਂ, ਜਪੀ ਸਾਡਾ ਮਨ ਵੀ ਸੱਚਾ ਹੋ ਜਾਂਦਾ ਹੈ। ਸੱਚ ਸੇਵੇ ਦੁੱਖ ਗਵਾਵਣੇ। ਜਦੋਂ ਸੱਚ ਦੀ ਸੇਵਾ ਕਰਦਾ ਹੈ, ਪਰਮਾਤਮਾ ਦੀ ਸੇਵਾ ਕਰਦਾ ਹੈ, ਪਰਮਾਤਮਾ ਦਾ ਸਿਮਰਨ ਕਰਦਾ ਹੈ, ਦੁੱਖ ਗਵਾਵਣੇ। ਉਹ ਆਪਣੇ ਦੁੱਖਾਂ ਨੂੰ ਗਵਾ ਲੈਂਦਾ, ਭਾਵ ਦੇ ਦੁੱਖ ਖਤਮ ਹੋ ਜਾਂਦੇ ਹਨ। ਸਦਾ ਹਜ਼ੂਰ। ਇਹਨੂੰ ਹਜ਼ੂਰ ਨਹੀਂ ਬੋਲਣਾ, ਕਿਉਂਕਿ ਇਹ ਫਾਰਸੀ ਦਾ ਸ਼ਬਦ ਹੈ ਅਤੇ ਫਾਰਸੀ 'ਚ ਇਸ ਨੂੰ ਹਜ਼ੂਰ ਬੋਲਿਆ ਜਾਂਦਾ, ਜਿਹਦੇ ਪੈਰ ਬਿੰਦੀ ਲਾ ਕੇ। ਸਦਾ ਹਜ਼ੂਰ ਦੂਰ ਨਾ ਜਾਣੋ। ਗੁਰ ਸ਼ਬਦੀ ਹਰ ਅੰਤਰ ਪਛਾਣੋ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣੇ। ਪਰਮਾਤਮਾ ਸਦਾ ਹੀ ਹਜ਼ੂਰ ਹੈ, ਹਾਜ਼ਰ ਨਾਜ਼ਰ ਹੈ। ਦੂਰ ਨਾ ਜਾਣੋ, ਉਹਨੂੰ ਆਪਣੇ ਤੋਂ ਦੂਰ ਨਾ ਸਮਝੋ ਵੀ ਪੁੱਤ ਸੱਚਖੰਡ ਬੈਠਾ ਜੀ।
ਪਰਮਾਤਮਾ ਨਿਰਗੁਣ ਸਰੂਪ 'ਚ ਸੱਚਖੰਡ ਬੈਠਾ, ਪਰ ਉਹ ਸਰਗੁਣ ਸਰੂਪ 'ਚ ਸਾਰਿਆਂ ਦੇ ਅੰਦਰ ਹੀ ਬੈਠਾ ਹੋਇਆ, ਉਹ ਸਭ ਦੇ ਅੰਦਰ ਬੈਠਾ, ਇਸ ਲਈ ਫਿਰ ਹਾਜ਼ਰ ਨਾਜ਼ਰ ਹੋਇਆ ਨਾ। ਕਹਿੰਦੇ ਪਰਮਾਤਮਾ ਸਦਾ ਹੀ ਹਾਜ਼ਰ ਨਾਜ਼ਰ ਹੈ, ਸਦਾ ਹੀ ਤੁਹਾਡੇ ਕੋਲ ਹੈ, ਉਹਨੂੰ ਦੂਰ ਨਾ ਸਮਝੋ। ਗੁਰ ਸ਼ਬਦੀ ਹਰ ਅੰਤਰ ਪਛਾਣੋ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੇ ਦਿੱਤੇ ਨਾਮ ਰਾਹੀਂ ਉਹਨੂੰ ਆਪਣੇ ਅੰਦਰ ਪਛਾਣੋ, ਉਹ ਵਾਕਈ ਵੀ ਤੁਹਾਡੇ ਅੰਦਰ ਹੈ, ਮੈਂ ਪਹਿਚਾਣ ਨਹੀਂ ਆ ਰਹੀ, ਅੰਦਰ ਹੈ। ਕਹਿੰਦੇ ਉਹਨੂੰ ਅੰਦਰੋਂ ਪਹਿਚਾਣੋ। ਸਾਧਨ ਗੁਰਬਾਣੀ ਅਤੇ ਪਰਮਾਤਮਾ ਦਾ ਨਾਮ ਹੈ। ਨਾਨਕ ਨਾਮ ਮਿਲੈ ਵਡਿਆਈ, ਨਾਮ ਦੇ ਰਾਹੀਂ ਫਿਰ ਵਡਿਆਈ ਮਿਲਦੀ ਹੈ। ਪੂਰੇ ਗੁਰ ਤੇ ਪਾਵਨ, ਪਰ ਇਹ ਨਾਮ ਵੀ ਪੂਰੇ ਗੁਰੂ ਤੋਂ ਮਿਲਦਾ ਹੈ। ਨਾਮ ਪੂਰੇ ਗੁਰੂ ਤੋਂ ਮਿਲਦਾ ਹੈ, ਫਿਰ ਨਾਮ ਰਾਹੀਂ ਮਨੁੱਖ ਨੂੰ ਸਦਾ ਰਹਿਣ ਵਾਲੀ ਵਡਿਆਈ ਮਿਲਦੀ ਹੈ। ਅੱਗੇ ਕਹਿੰਦੇ ਮਾਝ ਮਹਿਲਾ ਤੀਜਾ, ਤੀਸਰੇ ਪਾਤਸ਼ਾਹ ਅੱਗੇ ਕਹਿੰਦੇ ਐਥੈ ਸਾਚੇ। ਜੋ ਦਲਾਵਾਂ, ਪਿਛਲੇ ਅੱਖਰ ਤੇ ਦਲਾਵਾਂ ਹੁਣ ਬੜੇ ਧਿਆਨ ਨਾਲ ਨੂੰ ਪੜ੍ਹਨਾ ਹੁੰਦਾ। ਲਾਂ ਬੋਲਣੀ ਆਸਾਨ ਹੁੰਦੀ ਲੋਕਾਂ ਨੂੰ, ਦਲਾਵਾਂ ਬੋਲਣੀਆਂ ਔਖੀਆਂ ਲੱਗਦੀਆਂ। ਆੜੇ ਦਲਾਵਾਂ ਐ, ਥੱਥੇ ਦਲਾਵਾਂ ਥੈ, ਕੀ ਬਣ ਗਿਆ ਐਥੈ। ਪਹਿਲੀ ਵਾਲਿਆਂ ਨੂੰ ਟੀਚਰ ਪੜ੍ਹਾਉਂਦਾ, ਕਾਕਾ ਆੜੇ ਦਲਾਵਾਂ, ਉਹ ਕਹਿੰਦੀ ਐ, ਥੱਥੇ ਦਲਾਵਾਂ ਥੈ, ਕੀ ਬਣ ਗਿਆ ਐਥੈ। ਇਸ ਤਰ੍ਹਾਂ ਪੜ੍ਹਨਾ। ਐਥੈ ਸਾਚੇ ਸੋ ਆਗੈ ਸਾਚੇ, ਮਨ ਸੱਚਾ ਸੱਚੇ ਸ਼ਬਦ ਰਾਚੇ, ਸੱਚਾ ਸੇਵੈ ਸੱਚ ਕਮਾਵੈ, ਸੱਚੋ ਸੱਚ ਕਮਾਵਣੇ। ਜਿਹੜੇ ਇੱਥੇ ਸੱਚੇ ਉਹ ਅੱਗੇ ਵੀ ਸੱਚੇ, ਇੱਥੇ ਸੱਚੇ ਸੋ ਅੱਗੇ ਸੱਚੇ। ਜਿਹੜੇ ਇੱਥੇ ਸੱਚਿਆਰ ਉਹ ਅੱਗੇ ਵੀ ਸੱਚਿਆਰ। ਮਨ ਸੱਚਾ ਸੱਚੇ ਸ਼ਬਦ ਰਾਚੇ, ਉਹਨਾਂ ਦਾ ਮਨ ਸੱਚਾ ਹੁੰਦਾ, ਸੱਚੇ ਪਰਮਾਤਮਾ ਦੇ ਸ਼ਬਦ ਰਾਚੇ, ਨਾਮ ਦੇ ਵਿੱਚ ਉਹ ਰਚ ਮਿਚ ਜਾਂਦੇ ਹਨ। ਉਹਨਾਂ ਦਾ ਮਨ ਸੱਚਾ ਹੁੰਦਾ ਅਤੇ ਪਰਮਾਤਮਾ ਦੇ ਨਾਮ ਵਿੱਚ ਉਹ ਲੱਗੇ ਰਹਿੰਦੇ ਨੇ। ਸੱਚਾ ਸੇਵੈ ਸੱਚ ਕਮਾਵੈ, ਉਹ ਪਰਮਾਤਮਾ ਦਾ ਸਿਮਰਨ ਕਰਦੇ। ਸੱਚਾ ਸੇਵਨ, ਉਹ ਪਰਮਾਤਮਾ ਦਾ ਸਿਮਰਨ ਕਰਦੇ ਨੇ। ਸੱਚ ਕਮਾਵੈ, ਸੱਚ ਦੀ ਕਮਾਈ ਕਰਦੇ ਨੇ। ਨਾਮ ਦੀ ਕਮਾਈ ਨੂੰ ਸੱਚ ਦੀ ਕਮਾਈ ਕਹਿੰਦੇ, ਪਰ ਨਾਮ ਜਪਦੇ ਰਹਿੰਦੇ ਨੇ। ਸੱਚੋ ਸੱਚ ਕਮਾਵਣ, ਉਹ ਸਿਰਫ ਸੱਚ ਦੀ ਕਮਾਈ ਕਰਦੇ ਅਤੇ ਝੂਠ ਦੀ ਕਮਾਈ 'ਚ ਲੱਗੇ ਹੋਏ ਹਨ। ਉਹ ਸਿਰਫ ਤੇ ਸੱਚੋ ਸੱਚ, ਸਿਰਫ ਸੱਚ ਹੀ ਸੱਚ ਕਮਾਉਂਦੇ ਹਨ। ਭਾਵ ਜੋ ਵੀ ਕੰਮ ਕਰਦੇ ਨੇ ਸੱਚਾ ਸੁੱਚਾ ਕਰਦੇ ਨੇ ਅਤੇ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ। ਹੋਂ ਵਾਰੀ ਜੀਓ ਵਾਰੀ, ਸੱਚਾ ਨਾਮ ਮਨ ਵਸਾਵਣੇ। ਇਹਨੂੰ ਮਨ ਪੜ੍ਹਨਾ, ਟਿੱਪੀ ਨਹੀਂ ਉੱਤੇ ਬੋਲਣੀ। ਸੱਚਾ ਨਾਮ ਮਨ ਵਸਾਵਣੇ, ਸੱਚੇ ਸੇਵੈ ਸੱਚ ਸਮਾਵੈ, ਸੱਚੇ ਕੇ ਗੁਣ ਗਾਵਣੇ। ਕਹਿੰਦੇ ਹੋਂ ਵਾਰੀ ਜੀਓ ਵਾਰੀ, ਮੈਂ ਆਪਣੀ ਜਿੰਦ ਕੁਰਬਾਨ ਕਰਦਾ ਹਾਂ। ਕਿਹਨਾਂ ਤੋਂ? ਸੱਚਾ ਨਾਮ ਮਨ ਵਸਾਵਣੇ, ਜਿਹੜਾ ਪਰਮਾਤਮਾ ਦੇ ਨਾਮ ਨੂੰ ਮਨ ਵਿੱਚ ਵਸਾ ਲੈਂਦੇ ਹਨ। ਜਦੋਂ ਮਨ 'ਚ ਨਾਮ ਵਸਦਾ ਨਾ, ਨਿਸ਼ਾਨੀ ਕੀ ਹੈ? ਇਹ ਭੁੱਲਦਾ ਹੀ ਨਹੀਂ ਹੈਗਾ। ਇਹ ਬੈਠਿਆਂ ਵੀ ਯਾਦ ਆਈ ਜਾਂਦਾ ਹੈ, ਖਲੋਤਿਆਂ ਵੀ ਆਈ ਜਾਂਦਾ ਹੈ, ਲੇਟਿਆਂ ਵੀ ਆਈ ਜਾਂਦਾ ਹੈ। ਸਹਿ ਸੁਭਾਅ ਹੀ ਸਾਡੀ ਰਸਨਾ ਨਾਮ ਜਪਦੀ ਰਹਿੰਦੀ ਹੈ। ਜਦੋਂ ਇਹ ਵਸਤ ਰਸਨਾ ਗੀਦੀ ਬੋਲਤ ਰਾਮ, ਗੀਦੀ ਹੁੰਦਾ ਗਿੱਝ ਜਾਣਾ। ਜਦੋਂ ਰਸਨਾ ਰਾਮ ਰਾਮ ਕਰਨਾ ਗਿੱਝ ਜਾਂਦੀ ਹੈ, ਆਦੀ ਹੋ ਜਾਂਦੀ ਹੈ,
ਰਸਨਾ ਗੀਧੀ ਬੋਲਤ ਰਾਮ, ਪੂਰਨ ਹੋਵੇਂ ਸਗਲੇ ਕੰਮ। ਬੰਦੇ ਸਾਰੇ ਕੰਮ ਰਾਸ ਹੋ ਜਾਂਦੇ ਨੇ। ਅਜੇ ਸਾਡੀ ਰਸਨਾ ਗਿਜੀ ਨਹੀਂ ਹੈ। ਜਿਵੇਂ ਕੋਈ ਅਵਾਰਾ ਕੁੱਤਾ ਪਹਿਲੇ ਦਿਨ ਤੁਹਾਡੇ ਬੂਹੇ ਗਿਆ ਹੈ, ਤੁਸੀਂ ਉਹਨੂੰ ਇੱਕ ਰੋਟੀ ਪਾਤੀ, ਅਗਲੇ ਦਿਨ ਉਹ ਫਿਰ ਆਊਗਾ, ਤੁਸੀਂ ਫਿਰ ਉਹਨੂੰ ਰੋਟੀ ਪਾ ਦਿਓ, ਅਗਲੇ ਦਿਨ ਫਿਰ ਆਵੇਗਾ, 5-7 ਦਿਨਾਂ ਬਾਅਦ ਉਹ ਆਉਣਾ ਗਿੱਝ ਜਾਵੇਗਾ। ਤੁਸੀਂ ਅਗਲੇ ਰੋਟੀ ਨਹੀਂ ਵੀ ਪਾਈ ਤਾਂ ਵੀ ਉਹ ਬੈਠਾ ਰਹੇਗਾ ਤੁਹਾਡੇ ਬੂਹੇ ਅੱਗੇ। ਕਿਉਂ? ਉਹ ਗਿੱਝ ਗਿਆ, ਆਉਣ ਦਾ ਆਦੀ ਹੋ ਗਿਆ। ਸੋ ਰਸਨਾ ਜਦੋਂ ਹੈ, ਨਾਮ ਜਪਣ ਦੀ ਆਦੀ ਹੋ ਜਾਂਦੀ ਹੈ, ਨਾਮ ਜਪਣ ਦੀ ਗਿੱਝ ਜਾਂਦੀ ਹੈ, ਫਿਰ ਮਨੁੱਖ ਦੇ ਸਾਰੇ ਕਾਜ ਰਾਸ ਹੋ ਜਾਂਦੇ ਨੇ। ਗੀਧੀ ਹੁੰਦਾ ਗਿੱਝ ਜਾਣਾ, ਆਦੀ ਹੋ ਜਾਣਾ। ਰਸਨਾ ਗੀਧੀ ਬੋਲਤ ਰਾਮ, ਰਸਨਾ ਰਾਮ ਰਾਮ ਬੋਲਣ ਦੀ ਆਦੀ ਹੋ ਗਈ ਹੈ। ਪੂਰਨ ਹੋਏ ਸਗਲੇ ਕੰਮ। ਜਦੋਂ ਆਦਤ ਪੈ ਜਾਣ ਜੀਵ ਨੂੰ ਰਾਮ 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 ਕਰਨ ਦੀ, ਫਿਰ ਕਾਰਜ ਸਾਰੇ ਪ੍ਰਮਾਤਮਾ ਸਵਾਰ ਦਿੰਦਾ। ਉਹ ਆਦਤ ਕਿਵੇਂ ਪੈ ਗਈ? ਵਾਰੀ ਵਾਰੀ ਕਰੀ ਚਲੋ ਕਿਸੇ ਕੰਮ ਨੂੰ, ਕਿਸੇ ਕੰਮ ਨੂੰ ਤੁਸੀਂ ਵਾਰੀ ਵਾਰੀ ਕਰੀ ਜਾਓ, ਤੁਹਾਨੂੰ ਉਸ ਕੰਮ ਦੀ ਆਦਤ ਪੈ ਜਾਏਗੀ। ਆ ਜਿਹੜੇ ਰੋਜ਼ ਸੈਰ ਕਰਨ ਜਾਂਦੇ ਨੇ, ਉਹਨਾਂ ਨੂੰ ਫਿਰ ਰੋਜ਼ ਸੈਰ ਕਰਨ ਦੀ ਆਦਤ ਹੀ ਪੈਂਦੀ, ਗਰਮੀ ਹੋਵੇ ਸਰਦੀ ਹੋਵੇ, ਉਹਨੂੰ ਜਾਣਾ ਹੀ ਜਾਣਾ, ਕਿ ਉਹ ਆਦੀ ਹੋ ਜਾਂਦੇ ਨੇ। ਸੋ ਕਹਿੰਦੇ ਮੈਂ ਹੁਣ ਤਾਂ ਬੜੇ ਹਾਰ ਜਾਂਦਾ ਹਾਂ ਜਿਹੜੇ ਪਰਮਾਤਮਾ ਦੇ ਨਾਮ ਨੂੰ ਮਨ 'ਚ ਵਸਾ ਲੈਂਦੇ ਨੇ। ਸੱਚੇ ਸੇਵੇ ਸੱਚ ਸਮਾਵੇਂ। ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਉਹ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਸੱਚੇ ਸੇਵੇ, ਉਹ ਸੱਚੇ ਪਰਮਾਤਮਾ ਦੇ ਜਿਹੜੇ ਸਿਮਰਨ ਕਰਦੇ ਨੇ, ਸੱਚ ਸਮਾਵੇਂ, ਉਸ ਸੱਚੇ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦੇ ਹਨ। ਸੱਚੇ ਕੇ ਗੁਣ ਗਾਵਣੇ, ਅਤੇ ਉਹ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਨੇ, ਉਹਦੇ ਗੁਣ ਗਾਉਂਦੇ ਰਹਿੰਦੇ। ਰਹਾ ਪੰਡਿਤ ਪੜ੍ਹਨ ਸਾਧ ਨਾ ਪਾਵੇਂ, ਦੂਜੇ ਪਾਏ ਮਾਇਆ ਮਨ ਭਰਮਾਵੇਂ। ਮਾਇਆ ਮੋਹ ਸਭ ਸੁਧ ਗਵਾਈ, ਕਰ ਅਵਗਨ ਪਛੋਤਾਵਣੇ। ਪੰਡਿਤ ਦਾ ਸ਼ਬਦੀ ਅਰਥ ਹੈ ਵਿਦਵਾਨ। ਜਿਹੜੀ ਜਾਤ ਉਹ ਬ੍ਰਾਹਮਣ ਹੈ। ਵੈਸੇ ਗੁਰਬਾਣੀ ਬ੍ਰਾਹਮਣ ਕੌਣ ਹੈ? ਜਿਹੜਾ ਪਰਮਾਤਮਾ ਨੂੰ ਜਾਣ ਲੈਂਦਾ ਉਹਨੂੰ ਕਹਿੰਦੇ ਬ੍ਰਾਹਮਣ। ਜਿਹੜਾ ਬ੍ਰਾਹਮਣ ਨੂੰ ਜਾਣ ਲੈਂਦਾ ਉਹਨੂੰ ਕਹਿੰਦੇ ਬ੍ਰਾਹਮਣ। ਅਤੇ ਪੰਡਿਤ ਦਾ ਸ਼ਬਦੀ ਅਰਥ ਹੈ ਵਿਦਵਾਨ। ਅਤੇ ਉਹਦੀ ਜਾਤ ਵੀ ਆਪਾਂ ਗਏ ਪੰਡਿਤ ਹੈ ਜੀ, ਬ੍ਰਾਹਮਣ ਹੈ ਜੀ। ਪੰਡਿਤ ਪੜ੍ਹੇ ਸਾਧ ਨਾ ਪਾਵੇਂ। ਪੰਡਿਤ ਧਾਰਮਿਕ ਗ੍ਰੰਥ ਪੜ੍ਹਦੇ ਨੇ ਪਰ ਉਹਨਾਂ ਸਵਾਦ ਨਹੀਂ ਕੋਈ ਆਉਂਦਾ। ਹੁਣ ਸਵਾਲ ਪੈਦਾ ਕਿ ਕਿਉਂ ਨਹੀਂ ਸਵਾਦ ਆਉਂਦਾ? ਕਿਉਂਕਿ ਜੋ ਪੜ੍ਹਿਆ ਜਾ ਰਿਹਾ ਜੀਵਨ ਉਹਦੇ ਅਨੁਸਾਰ ਹੈ ਹੀ ਨਹੀਂ ਹੈ। ਮੰਨ ਲਓ ਮੈਂ ਸ਼ਰਾਬ ਪੀਣ ਵਾਲਾ ਹਾਂ ਅਤੇ ਬਾਣੀ ਪੜ੍ਹ ਰਿਹਾ ਅਤੇ ਉਹ 'ਚ ਆਂਦਾ ਵੀ ਸ਼ਰਾਬ ਨਹੀਂ ਪੀਣੀ ਚਾਹੀਦੀ, ਮੈਨੂੰ ਗੱਲ ਹੀ ਨਹੀਂ ਚੰਗੀ ਲੱਗਣੀ, ਮੈਨੂੰ ਸਵਾਦ ਹੀ ਨਹੀਂ ਉਹਨੇ ਪੜ੍ਹਨ ਦਾ। ਮੈਂ ਰਿਸ਼ਵਤ ਲੈਣਾ ਅਤੇ ਬਾਣੀ ਕਹਿੰਦੀ ਹੈ ਭਾਈ ਦਸਨ ਉਹਦੀ ਕਿਰਤ ਕਰੋ, ਮੈਨੂੰ ਇਹ ਗੱਲ ਹੀ ਨਹੀਂ ਚੰਗੀ ਲੱਗਣੀ, ਮੈਨੂੰ ਇਹ 'ਚ ਸਵਾਦ ਹੀ ਨਹੀਂ ਹੋਣਾ, ਕਿਉਂਕਿ ਮੇਰੇ ਅਨੁਸਾਰ ਨਹੀਂ ਹੈ। ਮਨੁੱਖ ਦੀ ਇੱਛਾ ਹੁੰਦੀ ਕਿ ਦੂਸਰਾ ਮੇਰੇ ਅਨੁਸਾਰ ਹੋਵੇ। ਹਰ ਬੰਦੇ ਦੀ ਇੱਛਾ ਹੈ ਕਿ ਦੂਸਰਾ ਬੰਦਾ ਮੇਰੇ ਵਰਗਾ ਹੋਵੇ। ਬਸ ਇੱਥੇ ਹੀ ਰੌਲੇ ਨੇ। ਔਰੰਗਜ਼ੇਬ ਕਰੇ ਸਾਰੇ ਮੇਰੇ ਵਰਗੇ ਮੁਸਲਮਾਨ ਹੋਣ, ਇੱਥੇ ਰੌਲਾ। ਅਤੇ ਕਿੰਨਾ ਬੁਰਾ ਹਾਲ ਸੰਸਾਰ ਦਾ ਕੀਤਾ। ਕੋਈ ਕਿਸੇ ਵਰਗਾ ਨਹੀਂ ਹੋਇਆ ਕਰਦਾ। ਪਰਮਾਤਮਾ ਨੇ ਦੋ ਜੀਵ ਇੱਕੋ ਜਿਹੇ ਪੈਦਾ ਹੀ ਨਹੀਂ ਕੀਤੇ, ਇਸ ਲਈ ਕਿਸੇ ਨੂੰ ਧੱਕੇ ਨਾ ਬੜੇ ਮੇਰੇ ਵਰਗਾ ਹੋਵੇ, ਉਹ ਮੂਰਖਤਾ ਹੁੰਦੀ। ਪੀਣ ਵਾਲਾ ਕਹੂਗਾ ਦੂਜੇ ਪੀਣ ਵਾਲੇ ਹੋਣੇ ਚਾਹੀਦੇ ਨੇ, ਵੈਸ਼ਨੂੰ ਕਹੂਗਾ ਨਹੀਂ ਦੂਜੇ ਵੈਸ਼ਨੂੰ ਹੋਣੇ ਚਾਹੀਦੇ ਨੇ। ਨਾ ਸਾਰਿਆਂ ਨੇ ਵੈਸ਼ਨੂੰ ਹੋਣੇ ਅਤੇ ਨਾ ਸਾਰਿਆਂ ਨੇ ਪੀਣ ਵਾਲੇ ਹੋਣੇ, ਖਿਆਲ ਰੱਖਣਾ।
ਸਾਰੇ ਕਦੇ ਵੀ ਇੱਕੋ ਜਿਹੇ ਨਹੀਂ ਹੁੰਦੇ। ਕੋਈ ਕਿਹੋ ਜਾਂਦਾ, ਕੋਈ ਕਿਹੋ ਜਿਹਾ ਹੁੰਦਾ। ਬਸ ਇਸ 'ਤੇ ਕੋਸ਼ਿਸ਼ ਇਹ ਕਰਨੀ ਹੈ ਕਿ ਸਾਰੇ ਚੰਗੇ ਹੋ ਜਾਣ, ਚੰਗੇ ਹੋ ਜਾਣ ਕੋਸ਼ਿਸ਼ ਕਰਦੇ ਰਹਿਣਾ, ਪਰ ਸਾਰੇ ਚੰਗੇ ਨਹੀਂ ਹੋਣਾ। ਦਸਮ ਪਾਤਸ਼ਾਹ ਕਹਿੰਦੇ ਮੈਨੂੰ ਸੰਸਾਰ ਦੇ ਪਰਮਾਤਮਾ ਨੇ ਭੇਜਿਆ ਕਬੁੱਧ ਕਰਨ ਤੇ ਲੋਕ ਹਟਾਏ, ਜਾਂ ਮਾੜੇ ਕੰਮ ਕਰਨ ਤੋਂ ਲੋਕਾਂ ਨੂੰ ਹਟਾ ਦਿਓ। ਕਿੰਨੇ ਕੁ ਹਟੇ? ਜੇ 5, 10, 20 ਹਜ਼ਾਰ ਹਟ ਵੀ ਗਏ ਤਾਂ ਉਦੋਂ 6 ਕਰੋੜ ਦੀ ਆਬਾਦੀ ਸੀ। ਇਹ ਸਾਰਿਆਂ ਨੂੰ ਕੋਈ ਨਹੀਂ ਸੁਧਾਰ ਸਕਿਆ ਕਰਦਾ ਅਜ ਤੱਕ। ਇੱਥੇ ਬੜੇ ਬੜੇ ਆਏ ਤੇ ਗਏ। ਇਸ ਲਈ ਗੁਰੂ ਮਹਾਰਾਜ ਕਹਿੰਦੇ ਪੰਡਤ ਪੜ੍ਹੇ ਸਾਧ ਨਾ ਪਾਵੇ। ਪੰਡਤ ਧਾਰਮਿਕ ਗ੍ਰੰਥ ਪੜ੍ਹਦੇ ਪਰ ਉਹਨਾਂ ਨੂੰ ਕੋਈ ਸਵਾਦ ਨਹੀਂ ਆਉਂਦਾ। ਹੁਣ ਸਵਾਲ ਪਤਾ ਕਿਉਂ ਨਹੀਂ ਸਵਾਦ ਆਉਂਦਾ? ਦੂਜੇ ਭਾਏ ਮਾਇਆ ਮਨ ਭਰਮਾਵੇਂ। ਉਹ ਮਾਇਆ ਨੂੰ ਪਿਆਰ ਕਰਦੇ ਨੇ ਅਤੇ ਉਹਨਾਂ ਦਾ ਧਿਆਨ ਤੇ ਮਾਇਆ ਵਾਲੀ ਹੁੰਦੀ। ਫਿਰ ਮਾਇਆ ਵਾਲੀ ਜਿਵੇਂ ਕੀਰਤਨ ਕਰ ਰਿਹਾ, ਕੋਈ ਤਾਂ 10 ਰੁਪਏ ਵਾਜ 'ਚ ਰੱਖੇਗਾ, ਕੋਈ 20 ਰੁਪਏ, ਕਿਸੇ ਨੇ 100 ਰੁਪਏ ਰੱਖ ਦੇਣ, ਉਹਦਾ ਧਿਆਨ 100 ਵੱਲ ਜਾਵੇਗਾ ਅਤੇ ਨਾਲੇ ਟੇਢੀ ਅੱਖ ਨਾਲ ਵੇਖੇ ਕਿਹੜਾ ਰੱਖ ਕੇ ਗਿਆ, ਕਿਹੜਾ ਰੱਖ ਕੇ। ਕਿਉਂ? ਕੀਰਤਨ ਮਾਇਆ ਦੀ ਖਾਤਰ ਕੀਤਾ ਜਾ ਰਿਹਾ ਹੈ, ਇਸ ਲਈ ਵੇਖ ਰਿਹਾ ਜੀ ਕਿੰਨਾ ਕੁ ਚੜਾਵਾ ਹੋਇਆ। ਇਸ ਲਈ ਮਾਇਆ ਨਾਲ ਪ੍ਰੇਮ ਹੋਣ ਕਰਕੇ ਉਹਨਾਂ ਦਾ ਮਨ ਭਰਮ 'ਚ ਪੈ ਗਿਆ, ਭਟਕਦਾ ਰਹਿੰਦਾ ਹੈ, ਲੱਗਦਾ ਨਹੀਂ ਹੈ ਮਨ। ਮਾਇਆ ਮੋਹ ਸਭ ਸੁਧ ਗਵਾਈ। ਮਾਇਆ ਦੇ ਮੋਹ ਨੇ ਅੰਦਰ ਉਹਦੇ ਸੋਝੀ ਹੀ ਖਤਮ ਕਰ ਦਿੱਤੀ। ਸੁਧ ਬਿਨਾਂ ਸੋਝੀ। ਮਾਇਆ ਨਾਲ ਮੋਹ ਹੋਣ ਕਰਕੇ ਅੰਦਰੋਂ ਸਾਰੀ ਸੋਝੀ ਹੀ ਖਤਮ ਹੋ ਗਈ ਹੈ। ਕਰ ਅਵਗਨ ਪਛੋਤਾਵ ਨੇ, ਅਤੇ ਫਿਰ ਮਾੜੇ ਕੰਮ ਕਰਦੇ ਨੇ ਅਤੇ ਅਖੀਰ ਨੂੰ ਪਛਤਾਉਂਦੇ ਹਨ। ਇਸ ਲਈ ਭਾਈ ਜੇ ਕਿਸੇ ਨੂੰ ਬਾਣੀ 'ਚ ਸਵਾਦ ਨਹੀਂ ਆ ਰਿਹਾ, ਨਾਮ ਜਪਣ 'ਚ ਸਵਾਦ ਨਹੀਂ ਆ ਰਿਹਾ, ਇਹਦਾ ਮਤਲਬ ਮਨ ਹੈਗਾ ਮੈਲਾ, ਇਸ ਲਈ ਨਹੀਂ ਸਵਾਦ ਆ ਰਿਹਾ। ਬੁਰਾਈਆਂ ਛੱਡਣੀਆਂ ਨੇ ਔਖੀਆਂ ਬੜੀਆਂ ਹੁੰਦੀਆਂ, ਕਿਉਂਕਿ ਬੁਰਾਈ ਬੜੀ ਪਿਆਰੀ ਲੱਗਦੀ ਹੈ। ਚੰਗਾ ਕੰਮ ਤਾਂ ਬਹੁਤ ਘੱਟ ਲੋਕਾਂ ਨੂੰ ਚੰਗਾ ਲੱਗਦਾ, ਭੈੜਾ ਕੰਮ ਬਹੁਤ ਲੋਕਾਂ ਨੂੰ ਚੰਗਾ ਲੱਗਦਾ। ਬੁਰਾਈ ਛੱਡਣੀ ਔਖੀ ਹੁੰਦੀ ਹੈ, ਪਰ ਜਿਨ੍ਹਾਂ ਨੇ ਇਸ ਰਾਹ 'ਤੇ ਤੁਰਨਾ ਹੈ, ਪਰਮਾਤਮਾ ਦੇ ਰਸਤੇ 'ਤੇ ਤੁਰਨਾ ਹੈ, ਉਹਨਾਂ ਨੂੰ ਫਿਰ ਬੁਰਾਈਆਂ ਛੱਡ ਕੇ ਇਹ ਨਾਮ ਜਪਣਾ ਪਏਗਾ, ਤਾਂ ਉਹਨਾਂ ਦਾ ਮਨ ਨਾਮ ਅਤੇ ਬਾਣੀ ਵਿੱਚ ਲੱਗੇਗਾ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।